ਹੈਲੋ ਫਰੈਂਡਸ ਵੈਲਕਮ ਟੂ ਸਿੱਧੀ ਪੰਜਾਬ। ਫਿਰ ਅੱਜ ਦੀ ਵੀਡੀਓ 'ਚ ਆਪਾਂ 10 ਤੋਂ ਲੈ ਕੇ 16 ਅਕਤੂਬਰ ਦੀ ਜਿਹੜੀ ਕਰੰਟ ਅਫੇਅਰਸ ਹੈ ਉਹ ਡਿਸਕਸ ਕਰਨ ਵਾਲੇ ਹਾਂ। ਠੀਕ ਹੈ ਜੀ, ਤੁਹਾਨੂੰ ਇਹ ਪੂਰੀ ਡਿਸਕਸ਼ਨ ਦੀ ਜਿਹੜੀ ਹੈ PDF ਵੀ ਮਿਲ ਜਾਏਗੀ। ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰੋ, ਸਿੱਧੀ ਪੰਜਾਬ 01 ਤੁਹਾਨੂੰ ਟੈਲੀਗ੍ਰਾਮ ਚੈਨਲ ਮਿਲ ਜਾਏਗਾ। ਇਹਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਵੀ ਗਿਵਨ ਹੈ। ਯੂ ਕੈਨ ਕਲਿੱਕ ਦੈਟ ਲਿੰਕ, ਜੁਆਇਨ ਦ ਟੈਲੀਗ੍ਰਾਮ ਚੈਨਲ ਐਂਡ ਗੈਟ ਦ PDF ਦੇਅਰ ਆਲਸੋ। ਠੀਕ ਹੈ, ਬਾਕੀ ਕਿਸੇ ਵੀ ਕੁਐਰੀ ਲਈ ਸਾਨੂੰ ਤੁਸੀਂ ਇਸ ਨੰਬਰ ਤੇ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ, WhatsApp ਜਾਂ ਕਾਲ ਕਰੋ for any detail that you require on the exam or related preparation. We have courses, test series, current affairs, lot of things going on for PCS and UPSC. You can contact us directly on this number and you can check out our website also for all the details on PCS and UPSC examinations. ठीक है जी, let's see the topics. ਇਹ ਸਾਰੇ topics ਆਪਾਂ ਅੱਜ cover ਕਰਨ ਦੀ try ਕਰਾਂਗੇ, right? So you can read the topics. Fortification of rice, ASEAN summit, Nobel prizes, ਇਹ ਸਾਰੇ topics ਆਪਾਂ ਅੱਜ cover ਕਰਾਂਗੇ. Let's get into the discussion. ਠੀਕ ਹੈ ਜੀ, ਤੁਸੀਂ pause ਕਰਕੇ ਇਹ ਪੜ੍ਹ ਸਕਦੇ ਹੋਗੇ, right? Let's first see free fortified rice supply. ਸੋ ਗਵਰਨਮੈਂਟ ਜਿਹੜੀ ਹੈਗੀ ਉਹ ਆਪਦੀ ਸਕੀਮਸ ਦੇ ਅੰਡਰ ਫੋਰਟੀਫਾਈਡ ਰਾਈਸ ਜਿਹੜਾ ਹੈ ਲੋਕਾਂ ਨੂੰ ਔਰ ਸਪਲਾਈ ਕਰੇਗੀ। ਪਹਿਲਾਂ ਦੇਖੋ ਜਿਹੜਾ ਟਾਰਗੇਟ ਸੀ ਉਹ ਜੁਲਾਈ 2024 ਤੱਕ ਦਾ ਸੀਗਾ, ਜਿਹੜੀ ਵੀ ਐਲੋਕੇਸ਼ਨਸ ਵਗੈਰਾ ਹੁਣੇ ਐਕਸਟੈਂਡ ਕਰ ਦਿੱਤੀ ਗਈ ਹੈ 4 ਸਾਲ, ਯਾਨੀ ਕਿ ਦਸੰਬਰ 2028 ਤੱਕ, ਰਾਈਟ। ਨਾਓ ਪਹਿਲਾਂ ਮੈਂ ਤੁਹਾਨੂੰ ਸਮਝਾਦਾ ਫੋਰਟੀਫਾਈਡ ਰਾਈਸ ਹੁੰਦਾ ਕਿਆ ਹੈ, ਰਾਈਟ। ਫੋਰਟੀਫਾਈ ਜਿਵੇਂ ਤੁਸੀਂ ਦੇਖ ਸਕਦੇ ਹੋ ਵਰਡ ਫੋਰਟ ਕੀ ਹੁੰਦਾ ਹੈ, ਕਿਲਾ, ਮਹਿਲ, ਬੇਸਿਕਲੀ ਇੱਕ ਸੁਰੱਖਿਆ ਦਾ ਦਾਇਰਾ, ਐਸੇ ਸਮਝ ਲਓ, ਰਾਈਟ। ਫੋਰਟੀਫਿਕੇਸ਼ਨ ਜਿਹੜਾ ਵਰਡ ਹੈ ਉਹਦਾ ਮਤਲਬ ਹੀ ਇਹ ਹੁੰਦਾ ਹੈ ਪ੍ਰੋਟੈਕਸ਼ਨ ਜਾਂ ਕਿਸੇ ਤਰੀਕੇ ਨਾਲ ਤੁਹਾਨੂੰ ਸਟਰੈਂਥਨ ਕਰਨਾ, ਰਾਈਟ। ਸੋ ਫ੍ਰੀ ਫੋਰਟੀਫਾਈਡ ਰਾਈਸ ਜਾਂ ਫੂਡ ਫੋਰਟੀਫਿਕੇਸ਼ਨ ਦਾ ਮਤਲਬ ਵੀ ਇਹੀ ਹੈ ਕਿ ਫੂਡ ਨੂੰ ਸਟਰੈਂਥਨ ਕਰਨਾ ਸੋ ਦੈਟ ਇਟ ਕੈਨ ਗਿਵ ਯੂ ਸਟਰੈਂਥ। ਠੀਕ ਹੈ, ਫੂਡ ਨੂੰ ਇਸ ਤਰੀਕੇ ਨਾਲ ਬਣਾਉਣਾ ਕਿ ਉਹ ਤੁਹਾਨੂੰ ਸਟਰੋਂਗ ਬਣਾਵੇ, right? That is what is food fortification basically. ਤਾਂ ਰਾਈਸ ਨੂੰ ਯੂਜੂਅਲੀ ਯੂਜ਼ ਕੀਤਾ ਜਾਂਦਾ ਹੈ ਫੋਰਟੀਫਾਈ ਕਰਨ ਲਈ। ਨਾਓ ਰਾਈਸ ਨੂੰ ਫੋਰਟੀਫਾਈ ਕਰਨ ਦਾ ਮਤਲਬ ਕਿਆ ਹੈ, ਨਾਰਮਲ ਰਾਈਸ ਨੂੰ ਲੈ ਲੈਂਦੇ ਨੇ, ਠੀਕ ਹੈ, ਬਾਇਓਲੋਜੀਕਲ ਪ੍ਰੋਸੈਸਿਸ ਦੇ ਥਰੂ ਉਹਦੇ ਵਿੱਚ ਵੇਰੀਅਸ ਵਿਟਾਮਿਨਸ, ਆਇਰਨ, ਫੋਲਿਕ ਐਸਿਡ, ਇਹੋ ਜਿਹੇ ਕੰਪੋਨੈਂਟਸ ਐਡ ਕਰ ਦਿੱਤੇ ਜਾਂਦੇ ਨੇ ਥਰੂ ਬਾਇਓਲੋਜੀਕਲ ਮੋਡੀਫਿਕੇਸ਼ਨ ਪ੍ਰੋਸੈਸਿਸ। ਇਹਦੇ ਨਾਲ ਆਪਾਂ ਨੂੰ ਇੱਕ ਨਿਊਟਰੀਐਂਟ ਰਿਚ ਰਾਈਸ ਵੈਰਾਈਟੀ ਮਿਲ ਜਾਂਦੀ ਹੈ, ਰਾਈਟ। ਨਾਓ ਇਹ ਨਿਊਟਰੀਐਂਟ ਰਿਚ ਰਾਈਸ ਵੈਰਾਈਟੀ ਕਿਆ ਕਰੇਗੀ, ਸਾਨੂੰ ਨਿਊਟ੍ਰੀਸ਼ਨਲ ਸਿਕਿਉਰਿਟੀ ਦੇਗੀ, ਸਾਡੇ ਡੈਫੀਸ਼ੀਐਂਸੀ ਸਿੰਡਰੋਮਸ ਨੂੰ ਖਤਮ ਕਰੇਗੀ, ਜਿਵੇਂ ਕਿ ਸਾਨੂੰ ਆਪਣੀਆਂ ਅੱਖਾਂ ਕਮਜ਼ੋਰ ਹੁੰਦੀਆਂ, ਬੈਰੀ ਡਿਜ਼ੀਜ਼ ਹੈ, ਕਿਸੇ ਨੂੰ ਕੋਈ ਡਿਸੀਜ਼ ਹੈ, ਤਾਂ ਆਪਾਂ ਪਰਟੀਕੂਲਰ ਵਿਟਾਮਿਨਸ ਐਡ ਕਰਕੇ ਜਿਹੜੀ ਪੋਪੂਲੇਸ਼ਨ ਨੂੰ ਲੀਡਿੰਗ ਡਿਸੀਜ਼ ਹੈ ਉਹਨੂੰ ਫਾਈਟ ਕਰ ਸਕਦੇ ਹਾਂ। ਅਨੇਮੀਆ ਯਾਨੀ ਕਿ ਖੂਨ ਦੀ ਕਮੀ, ਜਿਵੇਂ ਆਪਾਂ ਲੋਕਲ ਲੈਂਗੁਏਜ 'ਚ ਕਹਿੰਦੇ ਹਾਂ, ਵੈਸੇ ਆਇਰਨ ਡੈਫੀਸ਼ੀਐਂਸੀ ਹੁੰਦੀ ਹੈ, ਰਾਈਟ। ਆਇਰਨ ਡੈਫੀਸ਼ੀਐਂਸੀ ਹੋਣ ਕਰਕੇ ਹੀ ਖੂਨ ਦੀ ਕਮੀ ਵਾਲੀ ਡਿਸੀਜ਼ ਹੁੰਦੀ ਹੈ। ਇਹਨੂੰ ਵੀ ਫਾਈਟ ਕਰਨ ਲਈ ਵੀ ਕੈਨ ਯੂਜ਼ ਫੋਰਟੀਫਾਈਡ ਰਾਈਸ, ਰਾਈਟ। ਸੋ ਇਹ ਫੋਰਟੀਫਾਈਡ ਰਾਈਸ ਬਹੁਤ ਇੰਪੋਰਟੈਂਟ ਹੁੰਦੀ ਹੈ ਬਿਕੋਜ਼ ਇਹ ਨਿਊਟ੍ਰੀਸ਼ਨਲ ਸਿਕਿਉਰਿਟੀ 'ਚ ਹੈਲਪ ਕਰਦੀ ਹੈ, ਰਾਈਟ। ਨਾਓ ਰਾਈਸ ਹੀ ਕਿਉਂ ਯੂਜ਼ ਕਰ ਰਹੇ ਨੇ, ਦੇਖੋ ਬਹੁਤ ਸਾਰੇ ਕ੍ਰੌਪਸ ਦੀ ਇਹ ਹੁੰਦੀ ਹੈ, ਨਾਟ ਜਸਟ ਰਾਈਸ, ਹਰ ਤਰੀਕੇ ਦੀ ਕ੍ਰੌਪ ਨੂੰ ਕੀਤਾ ਜਾਂਦਾ ਹੈ, ਬਟ ਰਾਈਸ ਨੂੰ ਕਿਉਂ ਗਵਰਨਮੈਂਟ ਚੂਜ਼ ਕਰ ਰਹੀ ਹੈ ਪ੍ਰੈਜ਼ੈਂਟਲੀ, ਕਿਉਂਕਿ ਜਿਹੜੀ ਟਾਰਗੇਟ ਪੋਪੂਲੇਸ਼ਨ ਹੈ ਗਵਰਨਮੈਂਟ ਦੀ, ਉਸ 'ਚੋਂ ਉਹਨਾਂ ਦਾ ਮੇਜਰ ਸਟੇਪਲ ਫੂਡ ਯਾਨੀ ਕਿ ਰੋਜ਼ ਜੋ ਖਾਣਾ ਖਾਂਦੇ ਆ ਉਹ ਰਾਈਸ ਹੀ ਹੈ। almost 65% of the population that is targeted by the government that consumes rice, इसलिए राइस ਨੂੰ ਚੂਜ਼ ਕੀਤਾ ਗਿਆ ਹੈ। ਨਾਓ ਇਹ ਫੋਰਟੀਫਾਈਡ ਰਾਈਸ ਗਵਰਨਮੈਂਟ ਦੇ ਹਰ ਪ੍ਰੋਗਰਾਮ ਯਾਨੀ ਕਿ ਜਿਵੇਂ ਟਾਰਗੇਟਡ PDS, ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਕੀਮ, ਪੋਸ਼ਣ ਅਭਿਆਨ, ਸਾਰੀਆਂ ਜਿਹੜੀਆਂ ਫੂਡ ਰਿਲੇਟਡ ਸਕੀਮਸ ਹੈ ਉਹਨਾਂ ਦੇ ਥਰੂ ਇਹ ਲੋਕਾਂ ਤੱਕ ਹੁਣ ਫੋਰਟੀਫਾਈਡ ਰਾਈਸ ਜਿਹੜੀ ਹੈ ਪਹੁੰਚਾਈ ਜਾਏਗੀ, ਰਾਈਟ। ਦਿਸ ਇਜ਼ ਵਾਟ ਇਟ ਇਜ਼। ਫੋਰਟੀਫਿਕੇਸ਼ਨ ਦਾ ਕਨਸੈਪਟ ਯਾਦ ਰੱਖੋ, ਕਈ ਵਾਰ ਪ੍ਰੀਲਿਮਸ 'ਚ ਵੀ ਇਹ ਤੇ ਕੁਐਸਚਨ ਪੁੱਛਿਆ ਜਾ ਸਕਦਾ ਹੈ, ਤੇ ਆਨਸਰਸ 'ਚ ਅਗਰ ਨਿਊਟ੍ਰੀਸ਼ਨਲ ਸਿਕਿਉਰਿਟੀ ਤੇ ਕੋਈ ਕੁਐਸਚਨ ਆਵੇ, ਦੇਅਰ ਯੂ ਸ਼ੁਡ ਯੂਜ਼ ਦ ਕਨਸੈਪਟ ਆਫ ਬਾਇਓ ਫੋਰਟੀਫਿਕੇਸ਼ਨ, ਰਾਈਟ। ਦੈਟ ਇਜ਼ ਦੇਅਰ, ਰਾਈਟ। ਇਹੀ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਰਹੀ ਸੀ। ਨਿਊ ਬੈਚਸ ਸਾਡੇ ਲਾਂਚ ਹੋ ਚੁੱਕੇ ਨੇ, ਯੂ ਕੈਨ ਜੁਆਇਨ ਅਸ, ਮੈਸੇਜ ਅਸ ਔਨ ਦਿਸ ਨੰਬਰ ਟੂ ਨੋ ਦੀ ਡਿਟੇਲਸ। ਜਿਹੜੇ ਬੱਚੇ ਆਲਰੇਡੀ GS ਪ੍ਰਿਪੇਅਰ ਕਰ ਚੁੱਕੇ ਹਨ, ਨਾਓ ਦੇ ਵਾਂਟ ਟੂ ਰਿਵਾਈਜ਼ ਐਂਡ ਟੈਸਟ ਦੈਮਸੈਲਫ, ਉਹਨਾਂ ਲਈ ਟੈਸਟ ਸੀਰੀਜ਼ ਵੀ ਸਾਡੇ ਕੋਲ ਅਵੇਲੇਬਲ ਹੈ, ਪ੍ਰੀਲਿਮਸ ਮੇਨਸ ਬੋਥ। ਜਸਟ ਕੰਟੈਕਟ ਅਸ ਔਨ ਦਿਸ ਨੰਬਰ ਟੂ enroll in the test series and foundation course, right? Now next topic ਹੈ mental health crisis। ਪਿੱਛੇ ਜੇ ਆਪਾਂ ਦੇਖਿਆ ਕਿ EY ਦੀ ਇੱਕ ਜਿਹੜੀ ਲੜਕੀ ਹੈ ਉਹਨਾਂ ਨੇ ਸੁਸਾਈਡ ਕਮਿਟ ਕਰ ਰਿਹਾ ਸੀ, according to a letter by her mother, it is because of the work stress that she was facing,
ਰਾਈਟ। ਸੋ ਉਹਦੇ ਕੰਟੈਕਸਟ 'ਚ ਮੈਂਟਲ ਹੈਲਥ ਤੇ ਬਹੁਤ ਗੱਲਬਾਤ ਚੱਲ ਰਹੀ ਹੈ ਇੰਡੀਆ ਦੇ ਵਿੱਚ, ਸਪੈਸ਼ਲੀ ਇੰਡੀਆ 'ਚ ਅਗਰ ਤੁਸੀਂ ਦੇਖੋ ਅਕੋਰਡਿੰਗ ਟੂ ਦੀ ਲੈਂਸੈਟ ਮੈਗਜ਼ੀਨ, ਜਿਹੜੀ ਬਹੁਤ ਵੱਡੀ ਮੈਗਜ਼ੀਨ ਹੈ, ਇੰਡੀਆ ਦੇ ਵਿੱਚ ਆਲਮੋਸਟ 197 ਮਿਲੀਅਨ ਪੀਪਲ ਦੇ ਆਰ ਸਫਰਿੰਗ ਫਰੋਮ ਡਿਪਰੈਸ਼ਨ, ਐਂਜ਼ਾਈਟੀ ਔਰ ਸਬਸਟੈਂਸ ਅਬਿਊਜ਼, ਯਾਨੀ ਕਿ ਦੇ ਆਰ ਡਿਪੈਂਡਿੰਗ ਔਨ ਐਲਕੋਹਲ, ਡਰੱਗਸ ਟੂ ਮੀਟ देयर ਮੈਂਟਲ ਕੰਡੀਸ਼ਨ, ਰਾਈਟ। ਨਾਓ ਇਹ ਕਿਹਾ ਜਾ ਰਿਹਾ ਹੈ ਕਿ ਇੰਡੀਆ ਵਿੱਚ ਮੈਂਟਲ ਹੈਲਥ ਐਪੀਡੈਮਿਕ ਚੱਲ ਰਿਹਾ ਹੈ। ਐਪੀਡੈਮਿਕ ਸਮਝਦੇ ਹੋ, ਉਹ ਬਿਮਾਰੀ ਜਿਹੜੀ ਲਾਰਜ ਸਕੇਲ ਤੇ ਫੈਲੀ ਹੁੰਦੀ ਹੈ, ਨਹੀਂ ਕਿ ਇੱਕ ਦੋ ਬੰਦਿਆਂ ਨੂੰ ਹੋ ਰਹੀ ਹੈ, ਇੱਕ ਤੋਂ ਦੂਜੇ, ਦੂਜੇ ਤੋਂ ਤੀਜੇ, ਮਤਲਬ ਹਰ ਇੰਡੀਆ ਦਾ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਮੈਂਟਲ ਹੈਲਥ ਦੇ ਇਸ਼ੂ ਨਾਲ ਕੰਬੈਟ ਕਰ ਰਿਹਾ ਹੈ। ਨਾ ਉਹ ਇਹਦੇ ਕਾਜ਼ਸ ਕਿਆ ਹੈ ਇੰਡੀਆ ਵਿੱਚ ਇੰਨਾ ਮੈਂਟਲ ਹੈਲਥ ਇਸ਼ੂ ਫੈਲਣ ਦੇ? ਦੇਖੋ ਕੰਪੀਟੀਟਿਵ ਵਰਡ ਹੈ, एवरीवन इज रनिंग अ रेस, कोई भी आराम ਦੀ ਲਾਈਫ ਜੀ ਨਹੀਂ ਰਿਹਾ। एवरीवन इज रनिंग एनी वन और दी अदर काइंड ऑफ रेस। ਕਿਸੇ ਨੂੰ ਵੱਡਾ ਘਰ ਚਾਹੀਦਾ ਹੈ, ਕਿਸੇ ਨੂੰ ਵੱਡੀ ਕਾਰ ਹੀ ਚਾਹੀਦੀ ਹੈ, ਕਿਸੇ ਨੇ ਐਗਜ਼ਾਮ ਕਲੀਅਰ ਕਰਨਾ ਹੈ। ਸੋ ਇਨ ਦਿਸ ਕੰਪੀਟੀਟਿਵ ਵਰਲਡ, ਸਪੈਸ਼ਲੀ ਵਿਦ ਕੰਟਰੀ ਲਾਈਕ ਇੰਡੀਆ ਵੇਅਰ ਓਪਰਚੁਨਿਟੀਜ਼ ਆਰ ਸਕਾਰਸ, ਜੋ ਸਭ ਨੂੰ ਚਾਹੀਦੀਆਂ ਹੈ, right, that is why the issue is emerging। ਇਹ ਨਹੀਂ ਹੈ ਕਿ ਸਾਡੇ 'ਚ potential ਨਹੀਂ ਹੈ, we have lot of potential, but government or private sector does not has the capacity to consume that much potential। So that's why competition increase हो रहा है for few jobs that are there, which create stress, right। Second, materialism, ਜਿਵੇਂ ਮੈਂ ਕਿਹਾ, ਤੁਹਾਡੇ ਕੋਲ ਕਾਰ ਹੋ ਜਾਏ, first you will wish that I want a car। ਜਦੋਂ ਕਾਰ ਆ ਜਾਏਗੀ, you will wish that I want a ਵੱਡੀ ਕਾਰ, right। then ਵੱਡੀ ਕਾਰ ਆ ਜਾਏਗੀ, you will wish that you need a luxury car, right। ਇਸ ਤਰੀਕੇ ਨਾਲ ਮਟੀਰੀਅਲਿਜ਼ਮ ਕਦੀ ਖਤਮ ਹੀ ਨਹੀਂ ਹੁੰਦਾ ਹੈ। ਬ੍ਰਾਂਡਸ, ਬੈਗਸ, ਵਾਚਿਸ, ਆਈਫੋਨ, ਇਹ ਸਭ ਆਪਾਂ ਕੰਜ਼ਿਊਮ ਕਰਨਾ ਚਾਹੁੰਦੇ ਹਾਂ। ਐਡਸ ਇਸ ਤਰੀਕੇ ਨਾਲ ਕੀਤੀਆਂ ਜਾਂਦੀਆਂ ਹੈ, ਸਾਡੇ ਜੋ ਇਨਫਲੂਐਂਸਰਸ ਹੈ, ਐਕਟਰਸ ਹੈ, ਉਹ ਇਸ ਤਰੀਕੇ ਨਾਲ ਸਾਨੂੰ ਚੀਜ਼ਾਂ ਦਿਖਾਉਂਦੇ ਹੈ ਕਿ ਇਹ ਮਟੀਰੀਅਲ ਵੈਲਥ ਇਜ਼ ਵਾਟ ਇਜ਼ ਲਾਈਫ, ਇਟ ਡਿਫਾਈਨਸ ਲਾਈਫ, ਰਾਈਟ। ਅਗਰ ਤੁਸੀਂ ਕਿਸੇ ਪ੍ਰੋਪਰ ਵੇ 'ਚ ਡਰੈਸ ਨਹੀਂ ਹੁੰਦੇ, ਬੋਲਦੇ ਨਹੀਂ ਹੋ, ਯੂ ਆਰ ਨਾਟ ਐਕਸੈਪਟਡ ਐਜ਼ ਅ ਸਿਵਲਾਈਜ਼ਡ ਪਰਸਨ। ਤੁਹਾਨੂੰ ਅਨਪੜ੍ਹ, ਦਿਹਾਤੀ ਇਸ ਤਰੀਕੇ ਨਾਲ ਵੀ ਕਿਹਾ ਜਾ ਸਕਦਾ ਹੈ। ਆਲ ਆਫ ਦਿਸ ਇਜ਼ ਫਿਊਲਿੰਗ ਮਟੀਰੀਅਲਿਸਟਿਕ, ਕੰਜ਼ਿਊਮਰਿਸਟਿਕ ਕਲਚਰ ਵਿਚ ਕਾਜ਼ਸ ਸਟ੍ਰੈਸ, ਠੀਕ ਹੈ, ਕਿਉਂਕਿ ਮਟੀਰੀਅਲਸ ਗੈਦਰ ਕਰਨ ਲਈ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਪੈਸਾ ਚਾਹੀਦਾ ਹੈ, ਰਾਈਟ। ਨਹੀਂ ਤਾਂ ਡੀਸੈਂਟ ਲਾਈਫ ਜੀਣ ਲਈ ਦੇਖੋ ਤੁਹਾਨੂੰ ਨਾਰਮਲ ਜੀ ਅਰਨਿੰਗ ਬਹੁਤ ਹੁੰਦੀਆਂ ਨੇ, ਬਟ ਨਾਓ ਯੂ ਆਰ ਰਨਿੰਗ ਆਫਟਰ ਮਟੀਰੀਅਲਸ। ਹਰ ਮਟੀਰੀਅਲ ਬਾਏ ਕਰਨ ਲਈ ਤੁਹਾਡੀ ਮਹੀਨੇ 2 ਮਹੀਨੇ ਦੀ ਕਮਾਈ ਲੱਗ ਜਾਂਦੀ ਹੈ, ਵਿਚ ਕਾਜ਼ਸ ਸਟ੍ਰੈਸ, ਰਾਈਟ। ਸੋ ਦੈਟ ਇਜ਼ ਵਾਟ ਇਜ਼ ਹੈਪਨਿੰਗ, ਸਪੈਸ਼ਲੀ ਮਿਡਲ ਕਲਾਸ ਵਿੱਚ ਇਹ ਕਾਫੀ ਵੱਡਾ ਕਾਰਨ ਹੈ, ਮਟੀਰੀਅਲਿਜ਼ਮ ਐਜ਼ ਅ ਕਾਜ਼ ਆਫ ਮੈਂਟਲ ਸਟ੍ਰੈਸ, ਜਿਹਦੇ ਨਾਲ ਆਪਣਾ ਵਰਕਲੋਡ ਵੀ ਵੱਧਦਾ ਹੈ। ਬਿਕੋਜ਼ ਜ਼ਿਆਦਾ ਪੈਸਾ ਕਮਾਉਣ ਲਈ ਤੁਸੀਂ ਜ਼ਿਆਦਾ ਕੰਮ ਕਰਦੇ ਹੋ, ਵਰਕ ਲਾਈਫ ਬੈਲੈਂਸ ਇਜ਼ ਗੋਇੰਗ, ਐਕਟੀਵਿਟੀਜ਼ ਤੇ ਫੋਕਸ ਕਰਨਾ, ਹੈਲਥ ਐਕਟੀਵਿਟੀਜ਼, ਉਹ ਸਭ ਖਤਮ ਹੋ ਰਿਹਾ ਹੈ ਜਸਟ ਫੋਕਸਿੰਗ ਔਨ ਮਟੀਰੀਅਲਸ, ਰਾਈਟ। ਥਰਡ ਹੈ ਵਰਕ ਰਿਲੇਟਿਡ। ਵਰਕ ਇਨਵਾਇਰਮੈਂਟ ਵੀ ਕਾਫੀ ਕੰਪੀਟੀਟਿਵ ਹੋ ਗਿਆ ਹੈ, ਇੰਡਸਟਰੀਜ਼ ਨੂੰ ਵੀ ਐਫੀਸ਼ੀਐਂਸੀ ਚਾਹੀਦੀ ਹੈ, ਪ੍ਰੋਡਕਟੀਵਿਟੀ ਚਾਹੀਦੀ ਹੈ, ਕਾਸਟ ਕਟਿੰਗ ਚਾਹੀਦੀ ਹੈ। ਦੇ ਵਾਂਟ ਟੂ ਐਕਸਟ੍ਰੈਕਟ ਮੈਕਸਿਮਮ ਆਊਟ ਆਫ ਦੇਅਰ ਇੰਪਲੋਇਜ਼। ਇੱਕ ਇੰਪਲੋਏ ਨੂੰ ਅਗਰ ਉਹ 10 ਲੱਖ ਰੁਪਇਆ ਸਾਲ ਦਾ ਦੇ ਰਹੇ ਹੈ, ਤਾਂ ਉਸ 'ਚੋਂ ਐਟਲੀਸਟ 30 ਲੱਖ ਰੁਪਏ ਜਿੰਨਾ ਕੰਮ ਕਢਾਉਣਾ ਚਾਹੁੰਦੇ ਨੇ ਉਹ, ਰਾਈਟ। ਬੇਸਿਕ ਇਹਦਾ ਮਤਲਬ ਹੈ what will happen with this, ਬੰਦੇ ਦੀ ਕਪੈਸਿਟੀ ਤਾਂ ਫਿਕਸਡ ਹੀ ਹੈ, ਰਾਈਟ। when you want him to work 3 times, that means the pressure will also be 3 times। that has become a major cause। ਇਸੇ ਲਈ ਉਹ EY ਵਾਲੀ ਲੜਕੀ ਦਾ ਜਿਹੜਾ ਮਦਰ ਦਾ ਲੈਟਰ ਸੀ, that is true somehow somewhere, right, that is true, we have all faced that, right। ਇਹ ਤੋਂ ਬਾਅਦ ਬੱਚਿਆਂ ਦੇ ਵਿੱਚ ਐਕਸਾਮ ਸਟ੍ਰੈਸ, ਤੁਸੀਂ ਦੇਖੋ ਕੋਟਾ 'ਚ ਸੁਸਾਈਡਸ ਹੁੰਦੇ ਨੇ, ਦਿੱਲੀ ਵਿੱਚ ਸੁਸਾਈਡਸ ਹੁੰਦੇ ਨੇ। all of this has been pumped by the exam stress। ਜਿਵੇਂ ਮੈਂ ਤੁਹਾਨੂੰ ਕਿਹਾ ਸੀ, ਐਗਜ਼ਾਮਸ ਦੀ ਰੇਸ ਵਿੱਚ ਪੜ੍ਹ ਰਹੇ ਹਾਂ, ਬਟ being your guide and mentor, I will advise you all, it is always better to talk to somebody। ਅਗਰ ਤੁਹਾਨੂੰ ਕਾਫੀ ਜ਼ਿਆਦਾ ਸਟ੍ਰੈਸਫੁਲ ਸਿਚੁਏਸ਼ਨ ਹੋ ਰਹੀ ਹੈ, talk to any of the friend that you trust, your family or parents if you have faith in them, your teacher or mentors like me, you can talk to us। there is always a solution to what problem you are facing, ਠੀਕ ਹੈ। ਤੁਹਾਡੀ ਲਾਈਫ ਜ਼ਿਆਦਾ ਇੰਪੋਰਟੈਂਟ ਹੈ, ਐਗਜ਼ਾਮ ਨਹੀਂ। ਐਗਜ਼ਾਮ ਇਜ਼ ਜਸਟ ਅ ਪਾਰਟ ਆਫ ਯੋਰ ਜਰਨੀ, ਰਾਈਟ। ਅਗਰ ਤੁਹਾਨੂੰ ਇਹ ਸੂਟੇਬਲ ਲੱਗ ਰਿਹਾ, ਫਰੂਟਫੁਲ ਲੱਗ ਰਿਹਾ ਹੈ, then carry on with it। if you somehow feel that I have better opportunity somewhere else, ਜਾਂ ਮੈਂ ਆਪਦਾ potential ਕਿਤੇ ਹੋਰ ਯੂਜ਼ ਕਰ ਸਕਦਾ ਹੈ, then do not continue with the exam preparation। ਇਹਨੂੰ ਆਪਦਾ failure ਨਾ ਸਮਝੋ, ਇਹਨੂੰ ਆਪਦਾ evolution ਸਮਝੋ। you are able to recognize that you have better things to do in life, right। so never take exam is not everything, it is just a small part of your life। ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਬਹੁਤ ਸਾਰੇ ਬੱਚੇ ਨਹੀਂ ਕਲੀਅਰ ਕਰ ਪਾਉਂਦੇ, ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਵਿੱਚ potential ਨਹੀਂ ਹੈ, right। it is just not the right time for them।
ਔਰ ਇਟ ਇਜ਼ ਨਾਟ ਦ ਰਾਈਟ ਪਲੇਸ ਫॉर them ਟੂ ਬੀ। ਲਾਈਫ 'ਚ ਹੋਰ ਬਹੁਤ ਸਾਰੀ ਜਗ੍ਹਾਵਾਂ ਹੈ ਜਿੱਥੇ ਉਹ ਆਪਦਾ ਪੋਟੈਂਸ਼ੀਅਲ ਬੈਟਰ ਯੂਟਿਲਾਈਜ਼ ਕਰ ਸਕਦੇ ਨੇ, राइट। सो इसीलिए एग्जाम स्ट्रेस पे ज़्यादा फोकस नहीं करना है। जस्ट कॉल मी एट दिस नंबर इफ़ यू फील ओवरवेलम्ड विद द प्रेपरेशन। जस्ट टेक अ ब्रेक फॉर सम टाइम, यू विल फील डेफिनेटली बेटर एंड यू विल हैव क्लियरर माइंड टू गो अबाउट द प्रेपरेशन, राइट। दैन फेल्ड लव अफेयर्स करके भी हुंदा है। बहुत सारे लोग बिकॉज ऑफ देयर रिलेशनशिप दे आर कमिटिंग सुसाइड्स इन इंडिया। रिलीजियस सुपरस्टिशंस की वजह तो बुरारी यू नो सुसाइड्स भी सॉ, एक पूरी फैमिली लटकी हुई सी। यू माइट हैव सीन दिस in the past because of religious superstitions। women the exploitation करके women are committing suicides, and agriculture the underperformance करके farmer suicide has become a leading cause of deaths amongst agricultural people in India। स्पेशली पंजाब ਦੇ ਲਈ ਇਹ ਕਾਫੀ ਕੰਸਰਨਿੰਗ ਇਸ਼ੂ ਹੈ, ਰਾਈਟ। ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਾਸਟ ਬੇਸਡ ਡਿਸਕ੍ਰਿਮੀਨੇਸ਼ਨਸ ਆਰ ਆਲਸੋ ਬਿਕਮਿੰਗ ਅ ਕੌਜ਼, ਰਾਈਟ। ਸੋ ਇਹ ਸਾਰੇ ਮਿਸਲੇਨੀਅਸ ਕੌਜ਼ਸ ਕਰਕੇ ਇੰਡੀਆ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਸੁਸਾਈਡ ਨੰਬਰਸ, ਸੁਸਾਈਡ ਦੇ ਕੌਜ਼ਸ ਕੇਸਿਸ ਜੋ ਹੈ ਉਹ ਬਹੁਤ ਵੱਧ ਗਏ ਨੇ, ਰਾਈਟ। ਨਾਓ ਹੁਣ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ ਹੈ। ਸੋ ਦੇਰ ਆਰ ਮਲਟੀਪਲ ਵੇਜ਼। ਕਮਿਊਨਿਟੀ ਬਿਲਡਅਪ ਕਰਨੀ ਚਾਹੀਦੀ ਹੈ। ਜਿਵੇਂ ਹੁਣ ਅਸੀਂ ਅਕੇਲੇ ਹੀ ਆਪਦੀ ਫਾਈਟਸ ਨਾਲ ਲੜਦੇ ਰਹਿੰਦੇ ਹਾਂ, ਵੀ ਡੂ ਨਾਟ ਟੇਕ ਸਪੋਰਟ, ਵੀ ਡੂ ਨਾਟ ਗੈਟ ਅਸਿਸਟੈਂਸ ਫਰੋਮ ਐਨੀਬਡੀ, ਜਿਹਦੀ ਵਜ੍ਹਾ ਤੋਂ ਅਸੀਂ ਪ੍ਰੈਸ਼ਰ ਨੂੰ ਬੀਅਰ ਨਹੀਂ ਕਰ ਪਾਉਂਦੇ। ਜਦ ਕਿ ਅਗਰ ਤੁਸੀਂ ਬਾਕੀ ਲੋਕਾਂ ਨਾਲ ਗੱਲਬਾਤ ਕਰੋ ਨਾ, ਯੂ ਵਿਲ ਅੰਡਰਸਟੈਂਡ ਦੈਟ ਐਵਰੀਵਨ ਇਜ਼ ਫੇਸਿੰਗ ਦ ਸੇਮ ਇਸ਼ੂ। ਸਾਨੂੰ ਲੱਗਦਾ ਹੈ ਕਿ ਮੈਂ ਹੀ ਫਾਲਟ ਤੇ ਹੈ, ਮੇਰੇ ਤੋਂ ਹੀ ਨਹੀਂ ਹੋ ਰਿਹਾ, ਮੈਂ ਹੀ ਕਮਜ਼ੋਰ ਹੈ ਜਾਂ ਮੈਂ ਹੀ ਨਲਾਇਕ ਹੈ। ਆਪਾਂ ਨੂੰ ਸਭ ਨੂੰ ਲੱਗਦਾ ਵੈਨ ਵੀ ਫੇਸ ਐਨੀ ਡਿਫਿਕਲਟੀ, ਬਟ ਰੀਅਲ ਗੱਲ ਇਹ ਹੁੰਦੀ ਹੈ ਕਿ ਐਵਰੀਵਨ ਗੋਜ਼ ਥਰੂ ਦ ਸੇਮ ਥਿੰਗ ਦੈਟ ਯੂ ਆਰ ਗੋਇੰਗ ਥਰੂ। ਅਗਰ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆ ਰਹੀ, ਮਤਲਬ ਦੂਸਰੇ ਨੂੰ ਵੀ ਬਹੁਤ ਦਿੱਕਤ ਹੋ ਰਹੀ ਹੋਣੀ ਹੈ। ਥੋੜਾ ਬਹੁਤ ਫਰਕ ਪੜ ਸਕਦਾ ਹੈ ਬੈਕਗਰਾਉਂਡ ਦੇ ਅਕੋਰਡਿੰਗ, ਉਹਨਾਂ ਦੇ ਸਾਇੰਸਿਸ ਦਾ ਬੈਕਗਰਾਉਂਡ ਹੈ, ਤੁਹਾਡਾ ਆਰਟਸ ਦਾ, ਬਟ ਅਦਰਵਾਈਜ਼ ਐਵਰੀਵਨ ਫੇਸਿਸ ਸੇਮ ਕਾਈਂਡ ਆਫ ਇਸ਼ੂਜ਼। ਨਿਊਜ਼ਪੇਪਰ ਨੂੰ ਕਿਵੇਂ ਘੱਟ ਟਾਈਮ 'ਚ ਪੜ੍ਹੀਏ, ਨੋਟਸ ਨੂੰ ਕਿਵੇਂ ਬੈਟਰ ਬਣਾਈਏ, ਇਹ ਸਭ ਚੀਜ਼ਾਂ ਹਰ ਕੋਈ ਸਫਰ ਕਰਦਾ ਹੈ। ਬਟ ਇਫ ਵੀ ਟਾਕ start talking to people, we will realize this, ਰਾਈਟ। ਅਗਰ ਕਮਿਊਨਿਟੀ ਹੋਵੇ, ਸਾਡਾ ਪ੍ਰੈਸ਼ਰ ਜਿਹੜਾ ਨਾ ਉਹ ਥੋੜਾ ਘੱਟ ਹੋ ਜਾਂਦਾ ਹੈ। ਗੱਲਬਾਤ ਕਰਕੇ ਕਿਸੇ ਨਾਲ ਵੀ ਫੀਲ ਕਿ ਲੈਸ ਪ੍ਰੈਸ਼ਰ ਹੈ। ਸੋ ਇਹ ਜੀ ਸਪੋਰਟਿਵ ਸਿਸਟਮਸ ਜਿਹੜੇ ਆਪਾਂ ਡਿਵੈਲਪ ਕਰਨੇ ਹੈ। ਫਸਟ ਆਫ ਆਲ ਪੂਰੀ ਕੰਟਰੀ ਬੇਸਿਸ ਤੇ ਗੱਲ ਕਰ ਰਹੀ ਹਾਂ, ਤੁਹਾਨੂੰ ਛੋਟੇ ਬੇਸਿਸ ਤੇ ਮੈਂ ਸਮਝਾਇਆ ਹੈ ਤੁਹਾਡੇ ਪਰਸਨਲ ਐਗਜ਼ਾਮਪਲ ਲੈ ਕੇ। ਇਨਇਕੁਐਲਿਟੀ ਨੂੰ ਰਿਡਿਊਸ ਕਰਨਾ ਜ਼ਰੂਰੀ ਹੈ। ਇੰਡੀਆ ਦੇ ਵਿੱਚ, ਵਰਲਡ ਦੇ ਵਿੱਚ ਜਿੰਨੀ ਇਨਇਕੁਐਲਿਟੀ ਵੱਧ ਰਹੀ ਹੈ, ਉਹਨਾਂ ਆਪਾਂ ਦੂਸਰਿਆਂ ਨੂੰ ਦੇਖ ਕੇ ਐਸਪੀਰੇਸ਼ਨ ਜ਼ਿਆਦਾ ਵੱਧਦੀਆਂ ਨੇ, ਬਟ ਵੀ ਆਰ ਨਾਟ ਏਬਲ ਟੂ ਅਚੀਵ ਇਟ। ਕਈ ਲੋਕ ਇੰਨੇ ਅਮੀਰ ਨੇ, ਕਈ ਲੋਕ ਇੰਨੇ ਗਰੀਬ ਨੇ, ਤਾਂ ਉਹਦੇ ਨਾਲ ਕੀ ਹੁੰਦਾ ਹੈ, ਅਮੀਰਾਂ ਵਿੱਚ ਵਰਕ ਦਾ ਸਟ੍ਰੈਸ, ਗਰੀਬਾਂ ਦੇ ਵਿੱਚ ਉਹ ਅਚੀਵ ਕਰਨ ਦਾ ਸਟ੍ਰੈਸ ਰਹਿੰਦਾ ਹੈ, ਜਿਹਦੇ ਕਰਕੇ ਵੀ ਮੈਂਟਲ ਹੈਲਥ ਇਸ਼ੂਜ਼ ਅਰਾਈਜ਼ ਹੁੰਦੇ ਨੇ। ਉਸ ਤੋਂ ਬਾਅਦ ਮੈਂਟਲ ਹੈਲਥ ਸਰਵਿਸਿਜ਼ ਇਨਕਰੀਜ਼ ਕਰਨਾ ਇੰਡੀਆ ਵਿੱਚ ਬਹੁਤ ਜ਼ਰੂਰੀ ਹੈ। ਸਪੈਸ਼ਲੀ ਸਟਿਗਮਾ ਰਿਡਿਊਸ ਕਰੋ। ਜੇ ਕਿਸੇ ਨੂੰ ਥੋੜਾ ਬਹੁਤਾ ਮੈਂਟਲ ਹੈਲਥ ਇਸ਼ੂ, ਆਪਾਂ ਉਹਨਾਂ ਨੂੰ ਕਹਿ ਦਿੰਦੇ ਆ ਪਾਗਲ ਹੈ ਤਾਂ ਜੀ, ਹਨਾ, ਇੰਸਟੈਡ ਆਫ ਸੇਇੰਗ ਦੈਟ ਇਹ ਵੀ ਜਿਵੇਂ ਸਮਝ ਲਓ ਟੀਬੀ ਵਾਂਗੂ ਡਿਸੀਜ਼ ਹੈ, ਕੈਂਸਰ ਵਾਂਗੂ ਡਿਸੀਜ਼ ਹੈ। ਆਪਾਂ ਕੈਂਸਰ ਦੇ ਲੋਕਾਂ ਲਈ ਇੰਨੀ ਹਮਦਰਦੀ ਸ਼ੋ ਕਰਦੇ ਹਾਂ, ਮੈਂਟਲੀ ਇਲ ਪੇਸ਼ੈਂਟ ਲਈ ਕਿਉਂ ਨਹੀਂ ਕਰ ਸਕਦੇ, ਜਾਂ ਮੈਂਟਲੀ ਅਫੈਕਟਡ ਇਨਸਾਨ ਲਈ ਕਿਉਂ ਨਹੀਂ ਕਰ ਸਕਦੇ? ਉਹ ਸਟਿਗਮਾ ਰਿਡਿਊਸ ਕਰਨਾ ਹੈ, ਰਾਈਟ। ਫਿਰ ਸਾਈਕੈਟ੍ਰਿਕਸ ਦੀ ਹੈਲਪ, ਇਨਫਰਾਸਟ੍ਰਕਚਰ ਹੋਣਾ ਚਾਹੀਦਾ ਮੈਂਟਲ ਹੈਲਥ ਦਾ, ਉਹ ਸਭ ਸ਼ੁੱਡ ਬੀ ਅਵੇਲੇਬਲ। ਯੂਕੇ 'ਚ ਦੇਖੋ ਟਾਕ ਥੈਰੇਪੀ basically use ਕੀਤੀ ਜਾਂਦੀ ਹੈ, ਬਿਕੋਜ਼ ਮੈਜੋਰਿਟੀ ਆਫ ਆਵਰ ਇਸ਼ੂਜ਼ ਵੀ ਕੈਨ ਰਿਜ਼ੋਲਵ ਇਫ ਵੀ ਟਾਕ ਟੂ ਸਮਬਡੀ, ਰਾਈਟ। ਤੁਸੀਂ ਆਪਦੇ ਫਰੈਂਡਸ ਨਾਲ ਗੱਲ ਕਰੋ ਜਿਹੜੇ ਸੇਮ ਲੈਵਲ ਤੇ ਆ, ਆਪਦੇ ਐਲਡਰਸ ਨਾਲ ਗੱਲ ਕਰੋ, ਆਪਦੇ ਮੈਂਟਰਸ, ਟੀਚਰਸ ਨਾਲ ਗੱਲ ਕਰੋ। ਯੂ ਵਿਲ ਗੈਟ ਟੂ ਨੋ ਕਿ ਸੇਮ ਇਸ਼ੂਜ਼ ਹਰ ਜਗ੍ਹਾ ਐਗਜ਼ਿਸਟ ਕਰਦੇ ਨੇ। ਗੱਲਬਾਤ ਕਰਨ ਨਾਲ ਹੀ ਤੁਹਾਡਾ ਬਹੁਤ ਸਾਰਾ ਬੋਝ, ਜਿਵੇਂ ਕਹਿੰਦੇ ਆ ਨਾ, ਹਲਕਾ ਹੋ ਜਾਂਦਾ ਹੈ। ਸੋ ਦੈਟ ਇਜ਼ ਵਾਟ ਇਜ਼ ਰਿਕੁਆਇਰਡ ਇਨ ਇੰਡੀਆ ਆਲਸੋ। ਤੇ ਵਰਕ ਪਲੇਸ ਦੀ ਅਗਰ ਗੱਲ ਕੀਤੀ ਜਾਵੇ, ਕਾਰਪੋਰੇਟਸ ਦੀ ਅਗਰ ਆਪਾਂ ਗੱਲ ਕਰੀਏ, ਉੱਥੇ ਐਡੀਕੁਏਟ ਬ੍ਰੇਕਸ, ਵੈਕੇਸ਼ਨਸ, ਫਲੈਕਸੀਬਲ ਵਰਕ ਆਵਰਸ ਵਗੈਰਾ ਨਾਲ ਕਾਫੀ ਜ਼ਿਆਦਾ ਸਟ੍ਰੈਸ ਨੂੰ ਮੈਨੇਜ ਕੀਤਾ ਜਾ ਸਕਦਾ ਹੈ। ਸੋ ਆਲ ਆਫ ਦਿਸ ਇਜ਼ ਬੇਸਿਕਲੀ ਰਿਕੁਆਇਰਡ, ਰਾਈਟ। ਇਵਨ ਆਪਾਂ ਟੈਕਨੀਕਲ ਸਪੋਰਟ, ਟੈਕਨੋਲੋਜੀ ਦੀ ਸਪੋਰਟ ਲੈ ਸਕਦੇ ਹਾਂ। ਅੱਜ ਕੱਲ੍ਹ AI ਚੈਟਬੋਟਸ ਵਗੈਰਾ ਬਹੁਤ ਆ ਰਹੇ ਨੇ ਵਿਚ ਕੈਨ ਹੈਲਪ ਇਨ ਮੈਨੇਜਿੰਗ ਸਟ੍ਰੈਸ, ਠੀਕ ਹੈ। ਜਿਵੇਂ ਤੁਸੀਂ ਬੈਠ ਕੇ ChatGPT ਨਾਲ ਗੱਲਾਂ ਕਰਕੇ ਦੇਖੋ, ਯੂ ਵਿਲ ਫੀਲ ਮਚ ਬੈਟਰ, ਰਾਈਟ। ਸੋ ਇਹ ਜੀ ਚੀਜ਼ਾਂ ਵੀ ਆਪਾਂ ਨੂੰ ਇੰਟਰੋਡਿਊਸ ਕਰਨੀ ਚਾਹੀਦੀ ਹੈ। ਸਪੈਸ਼ਲੀ ਟ੍ਰੇਨਡ ਚੈਟਬੋਟਸ ਟੂ ਟਾਕ ਵਿਦ ਪੀਪਲ ਹੂ ਆਰ ਫੇਸਿੰਗ ਸਰਟਨ ਸਟ੍ਰੈਸਫੁਲ ਸਿਚੁਏਸ਼ਨਸ, that can be invented। already ਇੰਡੀਆ ਨੇ ਟੈਲੀ ਮੈਂਟਲ ਹੈਲਥ ਅਸਿਸਟੈਂਸ ਪ੍ਰੋਗਰਾਮ ਚਲਾਇਆ ਹੋਇਆ ਹੈ, ਇਹਨੂੰ ਟੈਲੀਮਾਨਸ ਵੀ ਕਹਿੰਦੇ ਆ, ਇਹਨੂੰ ਪਲੀਜ਼ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ, ਰਾਈਟ। ਇਹ ਕੰਪਰੀਹੈਂਸਿਵ ਇੰਟੀਗ੍ਰੇਟਿਡ ਇਨਕਲੂਸਿਵ ਟੈਲੀਮੈਂਟਲ ਹੈਲਥ ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਨੇ। ਆਲਰੇਡੀ ਇੰਡੀਆ ਦੇ 34 ਸਟੇਟਸ ਤੇ UTs 'ਚ ਅਵੇਲੇਬਲ ਹੈ, 20 ਲੈਂਗੁਏਜਸ 'ਚ ਕਰੰਟਲੀ ਅਵੇਲੇਬਲ ਹੈ,
ਰਾਈਟ। ਸਾਡੇ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸ ਨੇ ਇਹ ਡਿਵੈਲਪ ਕੀਤਾ ਹੈ, ਉਹ ਨੋਡਲ ਸੈਂਟਰ ਹੈ ਜਿੱਥੇ ਇਹਦੇ ਸਾਰੀ ਇਹਦੀ ਫੰਕਸ਼ਨਿੰਗ ਕੀਤੀ ਜਾਂਦੀ ਹੈ, ਰਾਈਟ। ਸੋ ਥੀਸ ਆਰ ਦ ਸਟੈਪਸ ਦੈਟ ਇੰਡੀਅਨ ਗਵਰਨਮੈਂਟ ਹੈਜ਼ ਆਲਰੇਡੀ ਅੰਡਰਟੇਕਨ, ਰਾਈਟ। ਇਹ ਇੰਪੋਰਟੈਂਟ ਸੁਸਾਇਟੀ ਦਾ ਟੌਪਿਕ ਹੈ, ਪਲੀਜ਼ ਇਹਨੂੰ ਪੜ੍ਹੋ ਤੇ ਇਹਨੂੰ ਸਮਝੋ ਵੀ, ਤੁਹਾਡੇ ਲਈ ਕਾਫੀ ਇੰਪੋਰਟੈਂਟ ਹੈ ਐਜ਼ ਸਟੂਡੈਂਟਸ ਹੂ ਆਰ ਇਨ ਸਰਟੇਨ ਸਟ੍ਰੈਸਫੁਲ ਸਿਚੁਏਸ਼ਨਸ, राइट। नाउ नेक्स्ट है आसियान दा समिट। आसियान, इफ यू कैन सी आसियान रीजन क्या है, ਜਿਹੜੀ ਸਾਊਥ ਈਸਟ ਏਸ਼ੀਅਨ ਕੰਟਰੀਜ਼ ਹੈ ਇਹਨਾਂ ਦੀ ਗਰੁੱਪਿੰਗ ਨੂੰ ਆਸੀਅਨ ਗਰੁੱਪਿੰਗ ਕਿਹਾ ਜਾਂਦਾ ਹੈ। 10 ਕੰਟਰੀਜ਼ ਇਸ ਦੇ ਵਿੱਚ ਇਨਕਲੂਡਡ ਹੁੰਦੀਆਂ ਨੇ, ਰਾਈਟ। ਇਫ ਯੂ ਕੈਨ ਸੀ ਦਾ ਮੈਪ, ਮਿਆਂਮਾਰ, ਲਾਓਸ, ਵੀਅਤਨਾਮ, ਕੰਬੋਡੀਆ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਬਰੂਨei, ਫਿਲੀਪੀਨਸ, ਇਹ ਸਾਰੀ ਕੰਟਰੀਜ਼ ਨੂੰ ਮਿਲਾ ਕੇ ਜਿਹੜਾ ਹੈ ਇਹ ਆਸੀਅਨ ਗਰੁੱਪਿੰਗ ਬਣਦੀ ਹੈ, ਰਾਈਟ। ਇਹਦਾ ਹੈੱਡਕੁਆਰਟਰ ਇੰਡੋਨੇਸ਼ੀਆ ਜਕਾਰਤਾ 'ਚ ਹੈ, ਬਟ ਇਸ ਵਾਰ ਦਾ ਸਮਿਟ ਜਿਹੜਾ ਹੈ ਲਾਓਸ, ਇੱਕ ਕੰਟਰੀ ਹੈ ਲਾਓਸ ਇਸ ਗਰੁੱਪਿੰਗ ਦੀ, ਉੱਥੇ ਹੋਇਆ ਹੈ, ਰਾਈਟ। ਪਲੀਜ਼ ਮੈਪ ਤੇ ਇਹਨੂੰ ਡਿਟੇਲ ਨਾਲ ਦੇਖਿਓ, ਰਾਈਟ। ਨਾਓ ਇਸ ਸਮਿਟ ਤੇ ਇਹ ਤਾਂ ਆਸੀਅਨ ਕੰਟਰੀਜ਼ ਦਾ ਸਮਿਟ ਹੋ ਰਿਹਾ ਸੀ, ਇੱਥੇ ਇੰਡੀਆ ਨੂੰ ਵੀ बुलाया गया, यानी कि ये इंडिया प्लस आसियान का समिट है, सिर्फ आसियान का समिट नहीं है, इंडिया प्लस आसियान समिट हो रहा है, इंडिया इंटरैक्टिंग विद दीज 10 कंट्रीज टूगैदर, राइट। सो देखो इस जो PM मोदी ने सब स्पीच दी है, तो की अचीवमेंट्स इस ग्रुपिंग ते इंडिया दी हाईलाइट कीतियां हैं। असी ट्रेड ऑफ द डबल कर चुके हैं, डायरैक्ट फ्लाइट वी हैव लॉन्च्ड टू कनैक्ट आसियान एंड इंडिया, ਫਿਨਟੈਕ 'ਚ ਕੋਲੈਬੋਰੇਸ਼ਨ ਹੋ ਰਹੀ ਹੈ ਫਾਈਨੈਂਸ਼ੀਅਲ ਟੈਕਨੋਲੋਜੀ ਸੈਕਟਰ ਵਿੱਚ, ਕਲਚਰਲ ਹੈਰੀਟੇਜ ਜਿਵੇਂ ਸਾਡਾ ਬੁੱਧਿਜ਼ਮ ਇਜ਼ ਆਰ ਕਲਚਰਲ ਹੈਰੀਟੇਜ, ਰਾਈਟ, ਇਹਨੂੰ ਅਸੀਂ कैरी फॉरवर्ड कर रहे हैं। इवन हिंदू टेम्पल्स बहुत सारे है इस एरिया विच, इस्लामिक पॉपुलेशन बहुत है, राइट। ऑल ऑफ दीज आर आर कल्चरल हेरिटेज, दी प्रोडक्ट्स दैट वी आर शेयरिंग एंड इंटरैक्टिंग विद ईच अदर। ते बहुत सारे आसियान यूथ नालंदा यूनिवर्सिटी ते भी स्कॉलरशिप्स च पढ़ रहे हैं, right। India has done this for these countries and these 5 points are the indicators of the increasing bilateral ties between these two areas। ASEAN ਤੇ ਇੰਡੀਆ ਦੇ ਵਿੱਚ ਕਿੰਨਾ strong relation ਹੈ, ਇਹ ਉਹਦੀਆਂ examples ਨੇ, right। now ਅੱਗੇ ਚੱਲ ਕੇ ਆਪਾਂ ਕਿਤੇ ਫੋਕਸ ਕਰਨਾ ਹੈ, that is what we have to see। ਸੋ ਪ੍ਰਾਈਮ ਮਿਨਿਸਟਰ ਮੋਦੀ ਨੇ ਕਿਹਾ ਕਿ ਇੱਕ ਤਾਂ FTA ਤੇ ASEAN ਇੰਡੀਆ FTA ਤੇ we are going to discuss further, right। ਇਸ ਤੋਂ ਇਲਾਵਾ ਦੇਖੋ 3 ਮੇਜਰ ਆਊਟਕਮਸ ਨੇ। ਫਰਸਟਲੀ ਤਾਂ 10 ਪੁਆਇੰਟਸ ਆਫ ਕਨੈਕਟੀਵਿਟੀ ਦਿੱਤੇ ਗਏ ਨੇ ਮੋਦੀ ਜੀ ਦੁਆਰਾ ਬਿਟਵੀਨ ਇੰਡੀਆ ਐਂਡ ਆਸੀਆਨ, ਕਿ ਕਿਵੇਂ ਅਸੀਂ ਆਪਦੀ ਕਨੈਕਟੀਵਿਟੀ, ਕਿਵੇਂ ਆਪਦਾ ਰਿਲੇਸ਼ਨ ਅੱਗੇ ਵਧਾਉਣਾ ਹੈ, ਰਾਈਟ। ਸੋ ਉਹਦੇ ਲਈ ਇਹ 10 ਪੁਆਇੰਟਸ ਨੇ। ਫਰਸਟਲੀ ਟੂਰਿਜ਼ਮ ਦਾ ਈਅਰ ਸੈਲੀਬ੍ਰੇਟ ਕੀਤਾ ਜਾਏਗਾ 2025, ਯਾਨੀ ਕਿ ਟੂਰਿਜ਼ਮ ਬੇਸਿਸ ਤੇ ਵੀ ਵਿਲ ਇਨਕਰੀਜ਼ ਕਨੈਕਟੀਵਿਟੀ। ਪੀਪਲ ਸੈਂਟਰਿਕ ਐਕਟੀਵਿਟੀਜ਼ ਕੀਤੀਆਂ ਜਾਣਗੀਆਂ ਅਗਲੇ ਆਉਣ ਵਾਲੇ ਸਾਲ ਦੇ ਵਿੱਚ, ਅਗਲੇ ਆਉਣ ਵਾਲੇ 10 ਸਾਲਾਂ ਦੇ ਵਿੱਚ, ਜਿਵੇਂ ਕਿ ਯੂਥ ਸਮਿਟ, ਸਟਾਰਟਅਪ ਫੈਸਟੀਵਲਸ, ਪੀਪਲ ਟੂ ਪੀਪਲ ਟਾਈ ਸਟਰੈਂਥਨ ਹੋਣ, ਕਨੈਕਟੀਵਿਟੀ ਸਟਰੈਂਥਨ ਹੋ, ਠੀਕ ਹੈ। ਦੈਨ ਵਿਮਨ ਸਾਇੰਟਿਸਟ ਨੂੰ ਇੰਗੇਜ ਕੀਤਾ ਜਾਏਗਾ, ਦੋਨੋਂ ਸਾਈਡਸ ਦੀ ਸਕੋਲਰਸ਼ਿਪਸ ਦਿੱਤੀ ਜਾਣਗੀਆਂ ਬੱਚਿਆਂ ਨੂੰ, ਸਪੈਸ਼ਲੀ ਨਾਲੰਦਾ ਯੂਨੀਵਰਸਿਟੀ 'ਚ ਪੜ੍ਹਨ ਲਈ, ਦੈਟ ਇਜ਼ ਅ ਬੁੱਧਿਸਟ ਲਿੰਕ ਬਿਟਵੀਨ ਆਸੀਆਨ ਐਂਡ ਇੰਡੀਆ, ਰਾਈਟ। ਡਿਜ਼ਾਸਟਰ ਮੈਨੇਜਮੈਂਟ ਲਈ ਫੰਡ ਕ੍ਰੀਏਟ ਕੀਤਾ ਜਾਏਗਾ, ਹੈਲਥ ਮੈਨੇਜਮੈਂਟ ਲਈ ਵੀ, ਹੈਲਥ ਰੈਜ਼ੀਲੀਅੰਸ ਲਈ ਵੀ ਹੈਲਥ ਮਿਨਿਸਟਰਸ ਨੂੰ ਰਿਸਪੌਂਸਿਬਿਲਿਟੀ ਦਿੱਤੀ ਜਾਏਗੀ ਦੋਨੋਂ ਸਾਈਡਸ ਤੇ। ਫਿਰ ਗ੍ਰੀਨ એનર્ਜੀ ਜਾਂ ਰਿਨਿਊਏਬਲ એનર્ਜੀ ਦੀ ਅਗਰ ਗੱਲ ਕਰੀਏ ਤਾਂ ਗ੍ਰੀਨ ਹਾਈਡਰੋਜਨ ਤੇ ਦੋਨੋਂ ਸਾਈਡਸ ਕੰਮ ਕਰਨਗੀਆਂ, ਤੇ ਏਫੋਰੈਸਟੇਸ਼ਨ, ਪਲਾਂਟ ਟਰੀ ਫॉर ਮਦਰ ਕੈਂਪੇਨ ਚਲਾਇਆ ਜਾਏਗਾ, ਰਾਈਟ। ਦੈਨ ਟ੍ਰੇਡ, ਜਿਵੇਂ ਮੈਂ ਕਿਹਾ ਸੀਗਾ, ਟ੍ਰੇਡ ਨੂੰ ਪ੍ਰਮੋਟ ਕਰਨ ਲਈ ਦੇ ਵਿਲ ਬੀ ਫੋਕਸਿੰਗ, ਸੋ ਦਿਸ ਇਜ਼ ਦੇਅਰ। ਇੰਡੀਆ ਆਸੀਆਨ ਟ੍ਰੇਡ ਇਨ ਗੁੱਡਸ ਅਗਰੀਮੈਂਟ ਸਾਈਨ ਕੀਤਾ ਜਾਏਗਾ, ਤਾਂ ਇਹ FTA ਵਾਂਗੂ ਹੀ ਐਂ ਲਗਾ ਲਓ, FTA ਤੇ ਕੰਮ 2025 ਤੱਕ ਕੰਪਲੀਟ ਕਰਨ ਦਾ ਟਾਰਗੇਟ ਹੈ। ਐਂਡ ਫਾਈਨਲੀ ਸਿਕਿਉਰਿਟੀ ਪਰਪਸ ਲਈ, ਰਾਈਟ, ਸਾਈਬਰ ਸਿਕਿਉਰਿਟੀ, ਸਾਈਬਰ ਪਾਲਿਸੀ ਡਾਇਲੋਗ, ਦੋ ਸਾਈਡਸ ਇਹ ਇੰਗੇਜ ਹੋਣਗੀਆਂ, ਰਾਈਟ। ਸੋ ਇਹ ਤਾਂ 10 ਪੁਆਇੰਟਸ ਯਾਦ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਤੁਸੀਂ ਦੇਖੋ ਇਹ ਪੀਪਲ ਟੂ ਪੀਪਲ ਟਾਈਜ਼ ਤੇ ਡਿਪੈਂਡੈਂਟ ਹੈ, ਇਹ ਐਜੂਕੇਸ਼ਨ ਨਾਲ ਰਿਲੇਟਡ ਹੈ, ਇਹ ਡਿਜ਼ਾਸਟਰ ਜਾਂ ਹੈਲਥ ਮੈਨੇਜਮੈਂਟ ਨਾਲ, ਇਹ ਰਿਨਿਊਏਬਲ એનર્ਜੀ ਨਾਲ, ਟ੍ਰੇਡ ਤੇ ਸਿਕਿਉਰਿਟੀ। ਇਸ ਤਰੀਕੇ ਨਾਲ ਤੁਸੀਂ ਇਹ 10 ਪੁਆਇੰਟਸ ਯਾਦ ਕਰ ਸਕਦੇ ਹੋ। ਸਿਕਿਉਰਿਟੀ, ਟ੍ਰੇਡ, ਗ੍ਰੀਨ ਆਪਸ਼ਨਸ, ਗ੍ਰੀਨਿੰਗ ਲਿਖ ਲਓ, ਰਾਈਟ। ਡਿਜ਼ਾਸਟਰ ਐਂਡ ਹੈਲਥ ਦੋਨੋਂ ਰਿਲੇਟਡ ਹੀ ਨੇ, ਹੈ ਨਾ। ਐਜੂਕੇਸ਼ਨ ਨਾਲ ਰਿਲੇਟਡ ਐਂਡ ਪੀਪਲ ਟੂ ਪੀਪਲ ਕਨੈਕਟ ਨਾਲ ਇੰਪੋਰਟੈਂਟ, ਟੂਰਿਜ਼ਮ ਐਂਡ ਐਕਟੀਵਿਟੀਜ਼, ਰਾਈਟ। ਇਸ ਤਰੀਕੇ ਨਾਲ ਇਹ 10 ਪੁਆਇੰਟਸ ਤੇ ਅੱਗੇ ਚੱਲ ਕੇ ਫੋਕਸ ਕੀਤਾ ਜਾਏਗਾ। ਇਸ ਤੋਂ ਇਲਾਵਾ ਦੇਖੋ ਦੋਨੋਂ ਕੰਟਰੀਜ਼ ਇੰਡੀਆ ਆਸੀਆਨ ਪਲਾਨ ਆਫ ਐਕਸ਼ਨ ਵੀ ਡਿਸਾਈਡ ਕਰ ਰਹੀ ਹੈ ਕਿ ਅਗਲੇ ਆਉਣ ਵਾਲੇ 4 ਤੋਂ 5 ਸਾਲਾਂ ਵਿੱਚ ਦੋਨੋਂ ਕੰਟਰੀਜ਼ ਕਿਵੇਂ ਪੀਸ, ਸਟੇਬਿਲਿਟੀ, ਕੋਆਪਰੇਸ਼ਨ ਵਧਾਉਣਗੀਆਂ, ਸਪੈਸ਼ਲੀ ਇੰਡੋ ਪੈਸੀਫਿਕ ਰੀਜਨ ਵਿਚ ਇਜ਼ ਅ ਵੈਰੀ ਕਰੂਸ਼ੀਅਲ ਏਰੀਆ
ਦਿਸ ਇੰਟਾਇਰ ਏਰੀਆ। ਇੱਥੇ ਆਸੀਆਨ ਦੀ ਸੈਂਟਰੈਲਿਟੀ ਵਿੱਚ ਇੰਡੀਆ ਬਿਲੀਵ ਕਰਦਾ ਹੈ ਦੈਟ ਆਸੀਆਨ ਇਜ਼ ਸੈਂਟਰਲ ਟੂ ਦਿਸ ਰੀਜਨ। ਆਸੀਆਨ ਨੇ ਹੀ ਸਭ ਕੋਆਰਡੀਨੇਟ ਕਰਨਾ ਹੈ। ਆਸੀਆਨ ਦੇ ਥਰੂ ਆਪਾਂ ਇੰਡੋ ਪੈਸੀਫਿਕ ਨੂੰ ਫ੍ਰੀ, ਓਪਨ ਤੇ ਨੈਵੀਗੇਬਲ ਰੱਖ ਸਕਦੇ ਹਾਂ, ਰਾਈਟ। ਫਰੀडम ऑफ नेविगेशन रहेगी when ASEAN is strong in this region, right? Otherwise China can overtake the region and reduce the prospects. So ਦੋ joint statements ਵੀ ਸਾਈਨ ਕੀਤੀਆਂ ਗਈਆਂ। ਇੱਕ ਤਾਂ ਦੋਨਾਂ ਦਾ ਰਿਲੇਸ਼ਨ ਕੰਪਰੀਹੈਂਸਿਵ ਸਟ੍ਰੈਟੇਜਿਕ ਪਾਰਟਨਰਸ਼ਿਪ ਤੇ ਰੇਜ਼ ਕੀਤਾ ਗਿਆ ਹੈ। ਸੈਕੰਡ ਜੁਆਇੰਟ ਸਟੇਟਮੈਂਟ ਫੋਕਸਿੰਗ ਔਨ ਡਿਜੀਟਲ ਟਰਾਂਸਫੋਰਮੇਸ਼ਨ। ਡਿਜੀਟਲ ਏਰੀਆ 'ਚ ਦੋਨੋਂ ਕੰਟਰੀਜ਼ ਕੋਲੈਬੋਰੇਟ ਕਰਨਗੀਆਂ। ਕਿਹੜੇ ਏਰੀਆ 'ਚ? ਜਿਵੇਂ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਬਣਾਇਆ ਜਾਏਗਾ, ਰਾਈਟ। ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਜਿਵੇਂ ਤੁਸੀਂ ਸਮਝੋ ਆਪਣੇ ਇੰਡੀਆ 'ਚ ਆਨਲਾਈਨ ਕੋਰਸਿਸ ਹੁੰਦੇ ਆ, ਗਵਰਨਮੈਂਟ ਦੇ ਫ੍ਰੀ ਕੋਰਸਿਸ ਚੱਲਦੇ ਆ ਆਨਲਾਈਨ, IIT ਦੇ ਟੀਚਰਸ ਵਗੈਰਾ ਪੜ੍ਹਾਉਂਦੇ ਆ ਅਗਰ ਤੁਸੀਂ ਦੇਖੋ। ਇਹੋ ਜਿਹਾ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਜਾਏਗਾ। ਜਾਂ ਜਿਵੇਂ ਜੈਮ ਹੈ ਜਿਹਦੇ ਥਰੂ ਆਪਾਂ ਡਾਇਰੈਕਟ ਸਬਸਿਡੀਜ਼ ਜਿਹੜੀਆਂ ਹੈ ਬੈਨੀਫਿਸ਼ਰੀ ਦੇ ਅਕਾਊਂਟ 'ਚ ਪਾਈਆਂ ਜਾ ਰਹੀਆਂ ਹੈ। ਦਿਸ ਇਜ਼ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ। ਫਿਨਟੈਕ, ਫਾਈਨੈਂਸ਼ੀਅਲ ਦੇ ਏਰੀਆ 'ਚ ਟੈਕਨੋਲੋਜੀ, ਜਿਵੇਂ ਆਪਾਂ ਸਾਰੇ ਕਿਤੇ UPI ਯੂਜ਼ ਕਰ ਰਹੇ ਹਾਂ, ਇਹ ਇੰਡੀਆ ਨੇ UPI ਇਨਵੈਂਟ ਕੀਤਾ ਹੈ। ਤੁਸੀਂ ਫੋਰਨ ਕੰਟਰੀਜ਼ 'ਚ ਜਾਓਗੇ ਤੁਹਾਨੂੰ UPI ਨਹੀਂ ਮਿਲੇਗਾ ਜਿਹੜਾ ਇੱਕ ਵਾਰ 'ਚ ਫੋਨ ਕੱਢ ਕੇ ਪੇਮੈਂਟਾਂ ਕਰ ਦਿੰਦੇ ਹੋ। ਦਿਸ ਇਜ਼ ਇੰਡੀਆਜ਼ ਯੂਨੀਕ ਇਨਵੈਂਸ਼ਨ ਦੈਟ ਇੰਟਾਇਰ ਵਰਲਡ ਵਾਂਟਸ ਟੂ ਰੈਪਲੀਕੇਟ। ਜਰਮਨੀ ਦੇ ਤੁਸੀਂ ਅੰਬੈਸਡਰ ਦੇਖੇ ਹੋਣਗੇ, ਹੈਰਾਨ ਹੋ ਗਏ ਇੰਡੀਆ ਵਿੱਚ UPI ਦੇਖ ਕੇ, ਉਹ ਵੀ ਸਬਜ਼ੀ ਵਾਲੇ ਕੋਲ, ਰਾਈਟ। ਸੋ ਦਿਸ ਵੀ ਆਰ ਗੋਇੰਗ ਟੂ ਸ਼ੇਅਰ ਵਿਦ ASEAN ਕੰਟਰੀਜ਼ ਆਲਸੋ। ਦੈਨ ਸਾਈਬਰ ਸਿਕਿਉਰਿਟੀ ਦੇ ਏਰੀਆ 'ਚ ਵੀ ਵਿਲ ਵਰਕ। AI ਕੋਲੈਬੋਰੇਸ਼ਨ ਤੇ ਦੋਨੋਂ ਕੰਟਰੀਜ਼ ਵਰਕ ਕਰਨਗੀਆਂ, ਰਾਈਟ ਨਾ। ਹੁਣ ਇਹਦੇ ਲਈ ਸਾਡੇ ਜਿਹੜੇ ਮਿਨਿਸਟਰਸ ਹੈਗੇ ਉਹ ਕਪੈਸਿਟੀ ਬਿਲਡਿੰਗ ਤੇ ਨੌਲੇਜ ਸ਼ੇਅਰਿੰਗ ਤੇ ਵਰਕ ਕਰਨਗੇ। ਡਿਜੀਟਲ ਮਿਨਿਸਟਰਸ ਬਣਾਏ ਜਾਣਗੇ ਦੋਨੋਂ ਸਾਈਡਸ ਤੇ, ਜਿਹੜੇ ਕਿ ਇਸ ਪਲਾਨ ਨੂੰ ਇੰਪਲੀਮੈਂਟ ਕਰਨ ਤੇ ਹੀ ਫੋਕਸ ਕਰਨਗੇ। ਡਿਜੀਟਲ ਟਰਾਂਸਫੋਰਮੇਸ਼ਨ ਬਿਟਵੀਨ ASEAN ਐਂਡ ਇੰਡੀਆ ਤੇ ਫੋਕਸ ਕਰਨਗੇ। ਸੋ ਕਪੈਸਿਟੀ ਬਿਲਡਿੰਗ ਤੇ ਫੋਕਸ ਰਹੇਗਾ, ਨੌਲੇਜ ਸ਼ੇਅਰਿੰਗ ਤੇ, ਫਾਈਨੈਂਸਿੰਗ ਐਂਡ ਇਨਵੈਸਟਮੈਂਟਸ ਤੇ ਇਹਨਾਂ ਦਾ ਫੋਕਸ ਰਹੇਗਾ, right? You can read all of these details, they are given here. मैं ਤੁਹਾਨੂੰ short way ਚ ਸਮਝਾ ਦਿੱਤੀਆਂ ਨੇ, right? So all of this is the target of India and ASEAN countries now, right? You can read the details about ASEAN also if you are not aware, right? International relations ਚ ਦੋ important और article ਆਏ ਸੀ। ਬਾਂਗਲਾਦੇਸ਼ ਵਿੱਚ ਇੰਡੀਆ ਦੇ ਇੱਕ donated crown ਜਿਹੜਾ ਇੱਕ ਟੈਂਪਲ ਚੋਂ ਚੋਰੀ ਹੋ ਗਿਆ ਹੈ। So India wants Bangladesh to investigate it. We will see how it proceeds, but bilateral relations ਲਈ ਇਹ ਇੱਕ example ਦੀ ਤਰ੍ਹਾਂ act ਕਰ ਸਕਦੀ ਹੈ if there is a major development. So ਇਹਨੂੰ ਥੋੜਾ ਦੇਖਦੇ ਰਹੋ। India Canada ties ਵਿੱਚ new laws ਆ ਰਹੇ ਨੇ, you can say they are going down because Canada is not working towards the security, national security concerns, sovereignty concerns of India. Canada ਦੇ ਵਿੱਚੋਂ separatist activities ਤੇ separatist ਜਿਹੜੇ ਆ operate ਕਰ ਰਹੇ ਆ ਤੇ Canadian government ਉਹਨਾਂ ਲਈ ਕੁਝ ਨਹੀਂ ਕਰ ਰਹੀ ਹੈ, rather India ਦੇ against different actions ਲੈ ਰਹੀ ਹੈ, right? So that is why these relations are going down. ਪੰਜਾਬ PCS ਲਈ ਇਹ important ਹੈ because India Canada ਪੰਜਾਬ ਨਾਲ डायरेक्ट कनैक्ट है, ऑलरेडी क्वेश्चन आ चुकिया है, कैन बी आस्क्ड अगेन। सो इनू अच्छे तरीके नाल कवर कर लो इंडिया कैनेडा टाइज नू। ਉਹਦੇ ਵਿੱਚ ਲੇਟੈਸਟ ਡਿਵੈਲਪਮੈਂਟ ਜਿਹੜੀ ਹੈ ਐਡ ਕਰਨਾ ਜ਼ਰੂਰੀ ਹੈ। ਲੈਟਸ ਸੀ ਹਾਊ ਇਟ ਪ੍ਰੋਸੀਡਸ ਫਰਦਰ। ਉਸ ਤੇ ਹੋਰ ਡਿਵੈਲਪਮੈਂਟਸ ਜਿਹੜੀਆਂ ਸਾਡੇ ਲਈ ਇੰਪੋਰਟੈਂਟ ਬਣ ਜਾਣਗੀਆਂ, ਰਾਈਟ। ਨਾਓ ਨੋਬਲ ਪ੍ਰਾਈਜ਼, ਇਸ ਸਾਲ ਦੇ ਨੋਬਲ ਪ੍ਰਾਈਜ਼ ਲਾਂਚ ਹੋ ਚੁੱਕੇ ਨੇ। ਸੋ ਯੂ ਆਲਰੇਡੀ ਨੋ ਦ ਬੇਸਿਕਸ ਆਫ ਨੋਬਲਸ, ਵੀ ਹੈਵ ਡਿਸਕਸਡ ਮਲਟੀਪਲ ਟਾਈਮਸ। ਨੋਬਲ ਪ੍ਰਾਈਜ਼ ਜਿਹੜਾ ਹੈ ਦੇਖੋ, ਜਿਹੜੇ ਐਲਫਰੈਡ ਨੋਬਲ ਇੱਕ ਬਹੁਤ ਵੱਡੇ ਸਾਇੰਟਿਸਟ ਰਹਿ ਚੁੱਕੇ ਨੇ, ਇਹਨਾਂ ਨੇ ਆਪਦੀ ਸੇਵਿੰਗਸ ਤੋਂ ਇਹ ਕ੍ਰੀਏਟ ਕਰਾਇਆ ਹੈ। ਸਮਝੋ ਇਹਨਾਂ ਨੇ ਆਪਦੀ ਵਿਲ 'ਚ ਲਿਖਿਆ ਸੀ ਕਿ ਮੇਰੇ ਜਿੰਨਾ ਵੀ ਵੈਲਥ ਹੈ ਦੈਟ ਵਿਲ ਬੀ ਰੀਇਨਵੈਸਟਡ, ਐਂਡ ਉਹ ਇਨਵੈਸਟਮੈਂਟ 'ਚੋਂ ਜਿਹੜਾ ਵੀ ਪੈਸਾ ਆਏਗਾ ਉਹਨੂੰ ਹਰ ਸਾਲ ਯੂਜ਼ ਕੀਤਾ ਜਾਏਗਾ ਸਾਇੰਟੀਫਿਕ ਐਡਵਾਂਸਮੈਂਟ ਲਈ। ਜੋ ਵੀ ਬੰਦਾ ਇਨੋਵੇਸ਼ਨਸ ਕਰਦਾ ਸਾਇੰਸ ਦੀ ਫੀਲਡ ਵਿੱਚ, ਉਹਨਾਂ ਨੂੰ ਮੇਰੇ ਪੈਸੇ 'ਚੋਂ ਅਵਾਰਡਸ, ਮਨੀ ਦਿੱਤੀ ਜਾਏਗੀ ਟੂ ਸਪੋਰਟ ਦੇਅਰ ਰਿਸਰਚ, ਠੀਕ ਹੈ। ਸੋ ਅੱਜ ਦੀ ਡੇਟ ਵਿੱਚ ਨੋਬਲ ਜਿਹੜਾ ਹੈ ਉਹ ਨਾਰਵੇ ਦੀ ਇੱਕ ਕਮੇਟੀ, ਨਾਰਵੇਜੀਅਨ ਨੋਬਲ ਕਮੇਟੀ ਮੈਨੇਜ ਕਰਦੀ ਹੈ ਤੇ 5 ਫੀਲਡਸ ਦੇ ਵਿੱਚ ਜਿਹੜਾ ਹੈ ਨੋਬਲ ਪ੍ਰਾਈਜ਼ ਦਿੱਤਾ ਜਾਂਦਾ ਹੈ। ਫਿਜ਼ਿਕਸ, ਕੈਮਿਸਟਰੀ, ਮੈਡੀਸਿਨ, ਰਾਈਟ, ਲਿਟਰੇਚਰ, ਰਾਈਟ, ਇਕਨੋਮਿਕਸ ਐਂਡ ਪੀਸ, ਰਾਈਟ। ਸੋ ਇਹ ਸਾਰੇ ਏਰੀਆ 'ਚ ਜਿਹੜਾ ਦਿੱਤਾ ਜਾਂਦਾ। ਲਿਟਰੇਚਰ ਜਿਹੜਾ ਹੈ ਉਹ ਅਲੱਗ ਤੋਂ ਸਵੀਡਿਸ਼ ਅਕੈਡਮੀ ਜਿਹੜੀ ਆ ਉਹ ਦਿੰਦਾ ਹੈ, ਰਾਈਟ। ਬਾਕੀ ਸਾਰੇ ਜਿਹੜੇ ਆ ਨੋਬਲ ਪ੍ਰਾਈਜ਼ 'ਚੋਂ ਦੇ ਆਰ ਗਿਵਨ, ਰਾਈਟ। ਸੋ ਇਸ ਸਾਲ ਦੇ ਨੋਬਲ ਪ੍ਰਾਈਜ਼ਸ ਕਿਸ ਨੂੰ ਮਿਲੇ ਹੈ? ਆਪਾਂ ਆਲਰੇਡੀ ਮੈਡੀਸਿਨ ਵਾਲਾ ਕਰ ਚੁੱਕੇ ਹਾਂ, ਮਾਈਕਰੋ RNA ਲਈ ਲਾਸਟ ਡਿਸਕਸ਼ਨ 'ਚ ਆਪਾਂ ਡਿਸਕਸ ਕੀਤਾ ਸੀ। ਨਾਓ ਰੈਸਟ ਆਫ ਦੀ ਆਲ ਨੋਬਲਸ ਆਰ ਆਲਸੋ ਡਿਸਕਸਡ ਜਾਂ ਡਿਕਲੇਅਰਡ। ਆਪਾਂ ਉਹਨਾਂ ਦੇ ਵੀ ਨਾਮ ਦੇਖ ਲੈਂਦੇ ਹਾਂ, ਨਾਮ ਬਹੁਤ ਜ਼ਰੂਰੀ ਨੇ। ਤੇ ਏਰੀਆ ਜਿਸ 'ਚ ਇਹਨਾਂ ਨੇ ਡਿਸਕਵਰੀ ਕੀਤੀ ਹੈ ਦੈਟ ਇਜ਼ ਇੰਪੋਰਟੈਂਟ ਫॉर ਪ੍ਰੀਲਿਮਸ ਐਗਜ਼ਾਮ,
राइट। मेन्स च क्वेश्चन आ सकता है बट बहुत ज़्यादा कॉम्पलैक्स साइंस तो नहीं आएगा क्योंकि ये तो साइंटिस्ट बनाने लिए पेपर नहीं हो रहा है। अगर कोई बेसिक टैक्नोलॉजी है उस ते आ सकता है, जिवें इस बार फिजिक्स आर्टिफिशियल इंटैलीजेंस न्यूरल नैटवर्क्स डीप लर्निंग ते आया है। सो आर्टिफिशियल इंटैलीजेंस वगैरह ते तुहानू क्वेश्चन आ सकता है, दैट यू हैव टू स्टडी, राइट। सो नाउ पहला कैमिस्ट्री च देख लेने हैं। कैमिस्ट्री च नोबल प्राइज मिला है डेविड बाकर, राइट, एंड डेमिस हैसाबिस एंड जंपर, राइट। यार थोड़ा थोड़ा याद रखो, सारे नाम याद रखने की जरूरत नहीं है। बेकर, जंपर, हैसाबिस, राइट। इन्हां तीन लोगों को मिलया है, ये दोनों जॉइंटली एंड इस इंसान नू दोनों ने अलग अलग वर्क किया, तुसीं कह सकते हो। इन्होंने प्रोटीन किवें आप आर्टिफिशियली डिजाइन कर सकते हैं, प्रोटीन डिजाइनिंग इन आर्टिफिशियल वे वो ते काम किया है, ठीक है। इन्होंने प्रोटीन के स्ट्रक्चर्स नू स्टडी करना, प्रिडिक्ट करना, उस ते काम किया है। सो दो जनिया ने यह कैमिस्ट्री का नोबल दे आर शेयरिंग दिस ईयर, राइट। इन्हां दी डिस्कवरी काफ़ी इंपॉर्टेंट होएगी। वी कैन क्रिएट n number of proteins by this artificial intelligence method, right? So this will be important, right? Now jumper te habits da ਆਪਾਂ ਦੇਖ ਲਈਏ डिटेल विच। they have developed AI मॉडल जिहदे नाल तुसी डिफरेंट प्रोटीन स्ट्रक्चर्स जिहड़े आ प्रोडिक्ट कर सकते हो AI नू यूज करके। यू नो इहदा AI दा नाम भी क्या है, अल्फा फोल्ड 2, राइट। ये प्रिडिक्ट करेगा कि प्रोटीन का स्ट्रक्चर क्या क्या हो सकता है, राइट। नाउ वी विल नॉट गो इनटू द डिटेल्स, काफ़ी ये डिफिकल्ट हो सकता है। जस्ट स्टडी कि इन्होंने प्रोटीन नू किवें डिजाइन करना है, डिजाइनिंग प्रोटीन ते काम किया है। इन्होंने प्रोटीन के स्ट्रक्चर नू प्रिडिक्ट करन ते मॉडलिंग की है थ्रू AI, राइट। दिस इज वॉट यू हैव टू अंडरस्टैंड। नाउ नोबल प्राइज, सो फर्स्ट टाइम एक साउथ कोरियन राइटर नू नोबल प्राइज दिता गया है। सो हान कांग इज द साउथ कोरियन राइटर जिन्होंने अवार्ड मिला है। मेजर इन्हां दे एरिया ऑफ राइटअप क्या है, विमेन पैट्रियार्की ते वायलेंस ते विमेन ग्रीफ ते लिखते हैं, या हिस्टोरिकल इनजस्टिस, हिस्टोरिकल रॉन्ग्स जिहड़े होए ने सोसाइटी दे नाल विमेन दे नाल, वो ते इन्हां दी राइटअप्स रहीआं ने। इन्हां दी फर्स्ट मेजर नॉवल सी द वैजिटेरियन, राइट, 2007 ਦੇ ਵਿੱਚ ਪਬਲਿਸ਼ ਹੋਈ ਸੀ ਤੇ ਉਹਦੇ ਲਈ ਇਹਨਾਂ ਨੂੰ ਮੈਨ ਬੁਕਰ ਇੰਟਰਨੈਸ਼ਨਲ ਪ੍ਰਾਈਜ਼ ਮਿਲਿਆ ਸੀ, ਜਿਸ ਤੋਂ ਬਾਅਦ ਇਹਨਾਂ ਦੀ ਪਪੂਲੈਰਿਟੀ ਜਿਹੜੀ ਹੈ ਉਹ ਵੱਧ ਜਾਂਦੀ ਹੈ, ਰਾਈਟ। ਸਮ ਅਦਰ ਨੋਵਲਸ दैट शी हैज written is the love of Jiyusu, right? Now she becomes the first South Korean author to get the Nobel Prize। इसलिए ते क्वेश्चन आ सकता है, प्लीज ਇਹਨੂੰ याद रखो, क्वेश्चन कैन बी आस्क्ड, राइट। अब हुणे साउथ कोरियन लिटरेचर नू भी पुश करेगा। मैनी अदर राइटर्स विल इंडेवर टारगेट टू अचीव द सेम नोबल प्राइज एंड उस ते वर्क करेंगे, राइट। नाउ नोबल पीस प्राइज, पीस मेनटेन करने लिए हर साल किसी इंडिविजुअल या ऑर्गेनाइजेशन नू पीस प्राइज दिता जाता है। इस टाइम इस ऑर्गेनाइजेशन निहोन हिदेयांकू, वट एवर द प्रोनाउंसिएशन इज, NH ਆਪਾਂ ਕਵਾਂਗੇ, NH ऑर्गेनाइजेशन ਨੂੰ ਮਿਲਿਆ ਹੈ बेसिकली फॉर देयर वर्क ऑन न्यूक्लियर, राइट। ਤੁਹਾਨੂੰ ਪਤਾ ਹੀ ਹੋਏਗਾ 1945 ਦੇ ਵਿੱਚ ਵਰਲਡ ਵਾਰ 2 ਐਂਡ ਕਿਵੇਂ ਹੋਈ ਸੀ, ਵਿਦ US ਡ੍ਰੌਪਿੰਗ ਨਿਊਕਲੀਅਰ ਬੰਬਸ ਔਨ 2 ਸਿਟੀਜ਼ ਆਫ ਜਾਪਾਨ, that is Hiroshima and Nagasaki। so Japan is the only country जिन्हें ਅੱਜ तक न्यूक्लीयर वैपन्स का एक्चुअल प्रहार जिहड़ा है तुसीं कह सकते हो देखा है, राइट। नाउ उस विच जापान दे विच बहुत डिस्ट्रक्शन हुई है न्यूक्लीयर दे करके। अज भी उन्हां दे बच्चे जिहड़े है जेनेटिकली दे फेस लॉट ऑफ डिसीजेस एंड इशूज बिकॉज ऑफ दीज न्यूक्लीयर बम्स, राइट। सो इस ही इशू नू डील करने लई NH ऑर्गेनाइजेशन जिहड़ी है काम करती है। न्यूक्लीयर नॉन प्रोलिफरेशन ते ये वर्क करते हैं, न्यूक्लीयर डिसआर्मामेंट नू ये प्रोपोगेट करते हैं, तो जिन्ने भी न्यूक्लीयर जिहड़े सर्वाइवर्स है उन्हां दी टेस्टिमनीज ते मैमरीज नू ये कंजर्व करके रख रहे हैं। इसीलिए इन्हां नू इस बार दा अवार्ड दिता गया है, स्पैशली इन द बैकड्रॉप दैट रशिया इज थ्रेटनिंग टू यूज न्यूक्लीयर अगेंस्ट यूक्रेन इन दी ऑनगोइंग रशिया यूक्रेन वॉर, राइट। सो इसीलिए काफी सिग्निफिकेंस है इस अवार्ड दा। होप दैट द वर्ल्ड डज नॉट सी अनदर न्यूक्लियर वॉर बिकॉज इट मीन्स डिस्ट्रक्शन फॉर वन एंड ऑल, राइट। सो इसीलिए इन्हां नू दिता गया है, बट लेट्स सी व्हाट हैपेंस इन द एक्चुअल वर्ल्ड। नाउ फिजिक्स दे विच दो इंडिविजुअल्स नू जॉन जे होपफील्ड, जॉफरी ई हिल्टन, H&H तो याद रखो, होपफील्ड एंड हिल्टन नू ये अवार्ड मिला है H&H फॉर व्हाट, फॉर डेवलपमेंट ऑफ आर्टिफिशियल न्यूरल नेटवर्क्स, राइट। हुण देखो यार अपना ब्रेन हुंदा है, आवर ब्रेन इज वर्किंग थ्रू लॉट ऑफ कनैक्शंस, इंटरकनैक्शंस दैट आर देयर। हुण जिहड़ी आपां मशीन है, रोबोट्स बना रहे हैं, आर्टिफिशियल इंटैलीजेंस बना रहे हैं, ਉਹਦਾ मतलब ही क्या है कि आप एक मशीन नू ट्रेन कर रहे हैं टू थिंक लाइक ब्रेन,
ਜਿਵੇਂ ਆਪਣਾ ਦਿਮਾਗ ਤੇਜ਼ ਕੰਮ ਕਰਦਾ ਹੈ ਬਾਈ ਲਿੰਕਿੰਗ ਡਿਫਰੈਂਟ ਥਿੰਗਸ, ਉਵੇਂ ਇੱਕ ਮਸ਼ੀਨ ਸੋਚ ਸਕੇ, ਰਾਈਟ। ਆਲ ਆਫ ਦਿਸ ਹੈਪਨਸ ਥਰੂ ਨਿਊਰਲ ਨੈਟਵਰਕਸ। ਉਹ ਜਿਹੜੇ ਆਪਣੇ ਦਿਮਾਗ 'ਚ ਨੈਟਵਰਕਸ ਹੈ ਨਾ, ਨਿਊਰੋਨਸ ਹੈ, ਰਾਈਟ, ਉਹ ਜੇ ਸੇਮ ਨਿਊਰਲ ਨੈਟਵਰਕਸ ਮਸ਼ੀਨ 'ਚ ਕ੍ਰੀਏਟ ਕਰਨਾ, ਦੈਟ ਇਜ਼ ਵਾਟ ਇਜ਼ ਨਿਊਰਲ ਨੈਟਵਰਕਸ, ਠੀਕ ਹੈ। ਸੋ ਇਸ ਏਰੀਆ ਵਿੱਚ ਹੀ ਫਰਦਰ ਡਿਵੈਲਪਮੈਂਟ ਕੀਤੀ ਗਈ ਹੈ, ਰਾਈਟ। ਸੋ ਇਹ ਦੇਖੋ ਜਿਹੜੇ ਹੋਪਫੀਲਡ ਹੈ ਉਹਨਾਂ ਨੇ ਕੰਮ ਕੀਤਾ ਹੈ ਕਿ ਕਿਵੇਂ ਆਰਟੀਫਿਸ਼ੀਅਲ ਨਿਊਰਲ ਨੈਟਵਰਕਸ ਆਪਣੀ ਬ੍ਰੇਨ ਦੀ ਐਕਟੀਵਿਟੀ ਫੰਕਸ਼ਨਿੰਗ ਨੂੰ ਮਿਮਿਕ ਯਾਨੀ ਕਿ ਕਾਪੀ ਕਰ ਸਕਣ, ਇਸ ਤੇ ਇਹਨਾਂ ਨੇ ਡਿਵੈਲਪਮੈਂਟਸ ਕੀਤੀਆਂ ਹੈ। ਤੇ ਜਿਹੜੇ ਹਿੰਟਨ ਹੈ ਉਹਨਾਂ ਨੇ ਡੀਪ ਨਿਊਰਲ ਨੈਟਵਰਕਸ ਦੈਟ ਆਰ ਕੇਪੇਬਲ ਆਫ ਡੂਇੰਗ ਪ੍ਰੋਸੈਸਿੰਗ ਇਵਨ ਕੰਪਲੈਕਸ ਟਾਸਕਸ, ਲਾਈਕ ਕਿਸੇ ਦੀ ਵੌਇਸ ਨੂੰ ਸੁਣ ਕੇ ਸਮਝ ਸਕੀਏ ਆਪਾਂ, ਕਿਸੇ ਦੀ ਇਮੇਜ ਨੂੰ, ਜਿਵੇਂ ਅਗਰ ਆਪਾਂ ਨੂੰ ਕੋਈ ਕਿਸੇ ਦੀ ਵੌਇਸ ਤੋਂ ਆਪਾਂ ਸਮਝ ਲੈਂਦੇ ਹਾਂ ਕਈ ਵਾਰ ਕਿ ਇਹ ਬੰਦਾ ਰੋ ਰਿਹਾ ਹੈ, ਯੂ ਮਾਈਟ ਹੈਵ ਸੀਨ ਸਮਵੇਅਰ ਕਿ ਉਹ ਬੰਦਾ ਸ਼ੋ ਨਹੀਂ ਕਰ ਰਿਹਾ ਬਟ ਉਹਨਾਂ ਦੀ ਆਵਾਜ਼ ਤੋਂ ਤੁਹਾਨੂੰ ਸਮਝ ਆ ਰਿਹਾ ਹੈ ਕਿ ਹੀ ਇਜ਼ ਸੈਡ ਔਰ ਹੀ ਇਜ਼ ਦੁਖੀ ਔਰ ਸਮਥਿੰਗ ਲਾਈਕ दैट। सो कैन अ machine identify that? That is where this person is working to make the machines so sophisticated, right? Voice image recognition तो वो identify कर सकन बहुत सारी चीज़ा, that is where he has worked। इन्होंने method जो use किया हुआ है back propagation, basically backward propagation of errors, right? So basically artificial neural networks the area च ये use होती है, right? So you can read the details about neural networks, deep learning, artificial intelligence। ये 3 areas ਤੇ question आ सकता है, बहुत ज़्यादा technicalities नहीं पूछा जाएंगियां but basic definition ਇਹਨਾਂ ਦੀ ਤੁਸੀਂ ਯਾਦ ਕਰੋ, ਇਹਨਾਂ ਦਾ ਰੋਲ ਜਾਂ ਸਿਗਨੀਫੀਕੈਂਸ ਕਿਆ ਹੈ ਆਪਣੇ ਲਈ, ਦੁਨੀਆ ਲਈ, ਰਾਈਟ, ਐਂਡ ਇੰਡੀਆ ਇਹਨੂੰ ਕਿਵੇਂ ਪ੍ਰਮੋਟ ਕਰੇ, that is where you should focus, where questions can ask, right? ਇਕਨੋਮਿਕਸ ਦੇ ਵਿੱਚ 3 ਇੰਡੀਵਿਜੂਅਲਸ ਨੂੰ ਮਿਲਿਆ ਹੈ, ਏ ਸਮੁਗਲੂ, ਡੈਰਨ ਏ ਸਮੁਗਲੂ, ਸਾਈਮਨ ਜੌਨਸਨ ਐਂਡ ਜੇਮਸ ਰੋਬਿਨਸਨ। ਇਹਨਾਂ 3 ਇੰਡੀਵਿਜੂਅਲਸ ਨੂੰ ਦਿੱਤਾ ਗਿਆ ਹੈ ਫॉर देयर वर्क ऑन वेल्थ इनइक्वालिटी, ਕਿ ਦੁਨੀਆ 'ਚ ਇੰਨੀ ਵੈਲਥ ਇਨਇਕੁਐਲਿਟੀ ਕਿਵੇਂ ਵੱਧ ਰਹੀ ਹੈ, ਵਾਈ ਇਟ ਸ਼ੁੱਡ ਬੀ ਪਲੱਗਡ, ਰਾਈਟ। ਸੋ ਇਹਨਾਂ ਨੇ ਇੱਕ ਤਾਂ ਡਿਫਰੈਂਟ ਕਾइंड ऑफ इंस्टीट्यूशंस रिकॉग्नाइज किते हैं। दे आर सेइंग कि ਜਿਹੜੀ ਕੰਟਰੀਜ਼ 'ਚ ਡੈਮੋਕ੍ਰੇਸੀ ਰੂਲ ਆਫ ਲਾਅ ਵਰਕ ਕਰਦਾ ਹੈ ਉੱਥੇ ਬਿਜ਼ਨੈਸਿਸ ਫਲਰਿਸ਼ ਹੁੰਦਾ ਹੈ, ਪੀਪਲ ਵਾਂਟ ਟੂ ਵਰਕ, ਪੀਪਲ ਵਾਂਟ ਟੂ ਇਨਵੈਸਟ, ਪੀਪਲ ਆਰ ਮੋਟੀਵੇਟਿਡ ਟੂ ਜਨਰੇਟ ਵੈਲਥ, ਕਿਉਂਕਿ ਉਹਨਾਂ ਦੀ ਵੈਲਥ ਜਿਹੜੀ ਹੈ ਸੇਫਗਾਰਡਡ ਰਹੇਗੀ। whereas they say ਕਿ ਅਥੋਰਿਟੇਰੀਅਨ ਏਰੀਆਜ਼ ਵੀ ਹੈ ਜਿੱਥੇ ਰੂਲ ਆਫ ਲਾਅ ਨਹੀਂ ਹੈ, ਕੋਈ ਇੱਕ ਪਾਵਰ ਨੂੰ ਐਕਵਾਇਰ ਕਰਕੇ ਰੱਖਦਾ ਹੈ, ਉੱਥੇ देयर इज नो मोटिवेशन फॉर पीपल टू वर्क बिकॉज दे नो कि किਵੇਂ ਨਾ ਕਿਵੇਂ ਇਹ ਅਥੋਰਿਟੇਰੀਅਨ ਰੂਲਰ ਵਿਲ छीन लेगा उनसे वट एवर दे आर क्रिएटिंग। सो ਇਹ जी इकोनॉमीज ग्रो नहीं कर सकदियां बट ਇਹ जी इकोनॉमीज ग्रो करदियां ने अकॉर्डिंग टू दिस डिस्कवरी और दिस आइडिया, राइट। ऑल्सो दे हैव सेड कि कॉलोनियल एम्पायर्स का क्या इंपैक्ट होया है। हुण देखो ब्रिटिश का लेट्स से एग्जाम्पल ले लिए, कई एरियाज च दे वेंट जस्ट एज एक्सट्रैक्टर्स, जिथे जिथे उन्होंने डिसीज डेथ डिस्ट्रक्शन फेस की, जिथे वो कंफर्टेबली रह नहीं सके उत्थे उन्होंने सिर्फ एक्सट्रैक्ट किया है, कुछ दिता नहीं उस एरिया नू, राइट। वेयर एज एजे एरियाज लाइक इंडिया वेयर दे स्टेड फॉर ईयर्स, दे लिव्ड देयर, दे मेड दैट एरिया देयर ओन, ਉੱਥੇ ਉਹਨਾਂ ਦੇ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਵੀ ਇੰਪਲੀਮੈਂਟ ਹੋ ਚੁੱਕੇ ਨੇ। ਨਾਟ ਜਸਟ ਐਕਸਟ੍ਰੈਕਸ਼ਨ ਤਾਂ ਉਹਨਾਂ ਨੇ ਕੀਤੀ ਹੀ ਹੈ ਬਟ ਇੱਥੇ ਇਹ ਜੀ ਕਲੋਨੀਜ਼ ਦਾ ਫਾਇਦਾ ਵੀ ਕੀਤਾ ਹੈ ਇਨ ਵੇ ਆਫ ਸੈਟਿੰਗ ਅਪ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ, ਤੇ ਇੱਥੇ ਅੱਜ ਵੀ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਸਟਰੋਂਗ ਨੇ, ਰਾਈਟ। ਸੋ ਇਹ ਕਲੋਨੀਅਲ ਇੰਪੈਕਟ ਨੂੰ ਵੀ ਇਹਨਾਂ ਨੇ ਸਟੱਡੀ ਕੀਤਾ ਹੈ, ਸਾਹਮਣੇ ਲਿਆਇਆ ਹੈ, ਰਾਈਟ। ਇੰਡੀਆ ਤੇ ਚਾਈਨਾ ਦੀ ਇਕੋਨਮੀਜ਼ ਨੂੰ ਵੀ ਸਟੱਡੀ ਕਰਕੇ ਇਹਨਾਂ ਨੇ ਕਿਹਾ ਹੈ ਕਿ ਚਾਈਨਾ ਦੇਖੋ ਵੈਸੇ ਇਟ ਇਜ਼ ਨਾਟ ਅ ਡੈਮੋਕ੍ਰੇਸੀ बट बिजनेसिस ਨੂੰ ਫਲਰਿਸ਼ ਹੋਣ ਦਾ ਉਹਨਾਂ ਨੇ ਮੌਕਾ ਦਿੱਤਾ ਹੈ ਐਂਡ दैट इज वाई ਚਾਈਨਾ ग्रू अ लॉट, राइट। इंडिया ਵਿੱਚ ਡੈਮੋਕ੍ਰੈਟਿਕ ਸੈਟਅਪ ਹੈ, ਇਸ ਵਜ੍ਹਾ ਤੋਂ ਇਕਨੋਮਿਕ ਗਰੋਥ ਸਲੋ ਹੈ, ਪ੍ਰੋਟੈਸਟ ਹੁੰਦੇ ਹੈ, ਲੇਬਰ ਪ੍ਰੋਟੈਸਟ, ਇਨਵਾਇਰमेंटल ਪ੍ਰੋਟੈਸਟ, ये वो, ਜਿਹਦੀ ਵਜ੍ਹਾ ਤੋਂ ਇਕਨੋਮਿਕ ਗਰੋਥ हैज बीन स्लो in India। But some are predicting कि future which India might overtake every other country and become and realize its economic growth potential and become the largest economy। Let's see how that happens, but this is what is being observed by these people this year, right। so ਇਹਦੇ ਬਾਰੇ ਤੁਸੀਂ ਪੜ੍ਹ ਸਕਦੇ ਹੋ। ਨੈਕਸਟ ਆਰਟੀਕਲ ਆਇਆ ਹੈ ਮਿਡਲ ਇਨਕਮ ਟ੍ਰੈਪ ਤੇ। ਨਾਓ ਮਿਡਲ ਇਨਕਮ ਪਹਿਲਾਂ ਕਿਆ ਹੁੰਦਾ ਹੈ, ਦੇਖੋ ਜਿਹੜੀ ਇਕਨੋਮੀਜ਼ ਹੈ ਨਾ ਉਹਨੂੰ ਇਸ ਤਰੀਕੇ ਨਾਲ ਡਿਵਾਈਡ ਕੀਤਾ ਜਾਂਦਾ ਹੈ, ਹਾਈ ਇਨਕਮ ਇਕਨੋਮੀਜ਼ ਜਿੱਥੇ ਪਰ ਕੈਪੀਟਾ ਇਨਕਮ ਹਰ ਇੰਡੀਵਿਜੂਅਲ ਦੀ ਵੈਲਥ ਨਹੀਂ ਤੁਸੀਂ ਕਹੋ ਇਨਕਮ ਬਹੁਤ ਜ਼ਿਆਦਾ ਹੁੰਦੀ ਹੈ, ਰਾਈਟ। USA UK ਯੂਰਪ ਦੀਆਂ ਮੇਜਰ ਕੰਟਰੀਜ਼ ਆਰ ਹਾਈ ਇਨਕਮ ਕੰਟਰੀਜ਼,
ਰਾਈਟ। ਫਿਰ ਲੋ ਇਨਕਮ ਕੰਟਰੀਜ਼ ਹੁੰਦੀਆਂ ਜਿਵੇਂ ਕਿ ਅਫਰੀਕਾ ਦੀ ਮੋਸਟ ਆਫ ਦੀ ਕੰਟਰੀਜ਼, ਜਿੱਥੇ ਬਹੁਤ ਜ਼ਿਆਦਾ ਘੱਟ ਬਾਇੰਗ ਪੋਟੈਂਸ਼ੀਅਲ ਹੈ ਇੱਕ ਇੰਡੀਵਿਜੂਅਲ ਕੋਲ, ਖਾਣਾ ਲੈਣ ਤੱਕ ਦਾ ਪੈਸਾ ਨਹੀਂ ਹੁੰਦਾ ਹੈ, ਰਾਈਟ। ਦੈਨ ਵਿਚਾਲੇ ਜਿਹੜੇ ਕਿ ਐਕਸਟ੍ਰੀਮ ਫਾਰਮਸ ਆਫ ਪਾਵਰਟੀ ਨੂੰ ਐਗਜ਼ਿਟ ਕਰ ਚੁੱਕੇ ਨੇ, ਬਟ ਸਟਿਲ ਦੇ ਆਰ ਫਾਰ ਅਵੇ ਫਰਮ ਦੀ ਹਾਈ ਇਨਕਮ ਲੈਵਲਸ, that is where middle income countries come in, like India, ਰਾਈਟ। ਇੱਥੇ ਆਪਣੀ ਪਰ ਕੈਪੀਟਾ ਇਨਕਮ ਜਿਹੜੀ ਹੈ ਉਹ ਆਲਮੋਸਟ 11% ਆਫ ਯੂਐਸ ਤੇ ਆ ਕੇ ਰੁਕ ਜਾਂਦੀ ਹੈ, ਰਾਈਟ। ਟਰੈਪ ਕਿਉਂ ਕਿਹਾ ਜਾ ਰਿਹਾ ਹੈ? ਵਾਟ ਇਜ਼ ਟਰੈਪ? ਬੇਸਿਕਲੀ ਇੰਡੀਆ ਨੇ ਲੋ ਇਨਕਮ ਤੋਂ ਮਿਡਲ ਇਨਕਮ ਤੱਕ ਟ੍ਰਾਂਜ਼ਿਟ ਕੀਤਾ, ਰਾਈਟ, ਬਟ ਵਾਟ ਇਜ਼ ਹੈਪਨਿੰਗ ਇਜ਼ ਇੰਡੀਆ ਇਹ ਤੋਂ ਉੱਤੇ ਗਰੋ ਨਹੀਂ ਕਰ ਪਾ ਰਿਹਾ। ਸਾਡੀ ਮਿਡਲ ਇਨਕਮ ਜਿਹੜੀ, ਸਾਡੀ ਪਰ ਕੈਪੀਟਾ ਇਨਕਮ ਜਿਹੜੀ ਹੈ ਉਹ 11% ਆਫ ਯੂਐਸ ਦੀ per capita income ਤੇ ਆ ਕੇ ਰੁਕ ਗਈ ਹੈ, and that is what is creating a trap. We are not able to move from here to here, right? ਕਿਉਂ? ਕਿਉਂਕਿ ਇਨੋਵੇਸ਼ਨ ਨਹੀਂ ਹੈ, ਇਨਵੈਸਟਮੈਂਟਸ ਘੱਟ ਹੈ ਇੰਡੀਆ ਦੇ ਵਿੱਚ, ਟੈਕਨੋਲੋਜੀ ਗਰੋਥ, ਨਿਊ ਟੈਕਨੋਲੋਜੀ ਨਹੀਂ ਆ ਰਹੀ ਹੈ, ਜਿਹਦੀ ਵਜ੍ਹਾ ਤੋਂ ਅਸੀਂ ਹਾਈ ਲੈਵਲਸ ਤੇ ਨਹੀਂ ਜਾ ਪਾ ਰਹੇ ਹਾਂ, ਰਾਈਟ। ਸੋ ਇਸੇ ਲਈ ਇਹ ਵਰਲਡ ਬੈਂਕ ਦੀ ਰਿਪੋਰਟ ਕਿਆ ਕਹਿ ਰਹੀ ਹੈ ਕਿ ਬਹੁਤ ਸਾਰੀ ਐਜੀ ਇਕੋਨਮੀਜ਼ ਹੈ ਜਿਹੜੇ ਮਿਡਲ ਇਨਕਮ ਟਰੈਪ ਵਿੱਚ ਫਸ ਗਈਆਂ ਹੈ, ਵਿਚ ਮੀਨਸ ਇਹਨਾਂ ਦੀ ਪਰ ਕੈਪੀਟਾ ਇਨਕਮ ਇਜ਼ 11% ਆਫ ਦੈਟ ਆਫ ਯੂਐਸਏ, ਰਾਈਟ। ਸੋ ਇਹਨਾਂ ਦੀ ਇਨਕਮ ਇਨਕਰੀਜ਼ ਚ ਸਲੋ ਡਾਊਨ ਹੋ ਗਿਆ ਹੈ। ਮਿਡਲ ਇਨਕਮ ਟਰੈਪ ਬੇਸਿਕਲੀ ਕਿਆ ਹੁੰਦਾ ਹੈ? ਸਲੋਇੰਗ ਡਾਊਨ ਆਫ ਗਰੋਥ ਰੇਟਸ ਐਜ਼ ਇਨਕਮ ਇਨਕਰੀਜ਼ਸ। ਤੁਹਾਡੀ ਇਤੋਂ ਇਨਕਮ ਇਨਕਰੀਜ਼ ਹੋਈ ਹੈ, ਬਟ ਨਾਓ ਗਰੋਥ ਰੇਟ ਜਿਹੜੀ ਹੈ ਉਹ ਸਲੋ ਹੋ ਗਈ ਹੈ, ਜਿਹਦੀ ਵਜ੍ਹਾ ਤੋਂ ਲੋਕਾਂ ਦੀ ਪਰ ਕੈਪੀਟਾ ਇਨਕਮ ਜਿਹੜੀ ਆ ਹੋਰ ਕੁਇਕਲੀ ਵੱਧ ਨਹੀਂ ਪਾ ਰਹੀ ਹੈ, ਰਾਈਟ। ਸੋ that is there. So according to World Bank ਦੀ ਇਹ ਰਿਪੋਰਟ, ਵਰਲਡ ਡਿਵੈਲਪਮੈਂਟ ਰਿਪੋਰਟ ਦੇ ਅਕੋਰਡਿੰਗ only 34 middle income economies, they have been able to transition to high income economies. Baki like India, they are still in this trap of middle income itself. और ये ਜਿਹੜੀਆਂ ਹਾਈ ਇਨਕਮ ਤੱਕ ਪਹੁੰਚੀਆਂ ਹੈ ਮੋਸਟਲੀ ਯੂਰੋਪੀਅਨ ਕੰਟਰੀਜ਼ ਹੈ, because they get the support of the government in the form of investment, technology, innovation. South Korea is one, right? So ਇਹ ਰਿਪੋਰਟ ਕਿਆ ਕਹਿ ਰਹੀ ਹੈ, ਇਹਦਾ ਸੋਲੂਸ਼ਨ ਕਿਆ ਹੈ? ਹੁਣ ਆਪਾਂ ਕਰ ਕਿਆ ਸਕਦੇ ਹਾਂ? 3 I's is the solution. 3 I's: investment from government, infusion of new technology and rapid innovation ਚਾਹੀਦੀ ਹੈ ਸਾਡੀ ਇਕੋਨਮੀਜ਼ ਨੂੰ, ਠੀਕ ਹੈ। ਐਜੀ ਚੀਜ਼ਾਂ ਜੋ ਕਦੀ ਨਹੀਂ ਐਗਜ਼ਿਸਟ ਕਰਦੀਆਂ ਸੀ, ਦਿਸ ਇਜ਼ ਰਿਕੁਆਇਰਡ। ਜਿਵੇਂ ਕਿ ਇਸ ਆਰਟੀਕਲ ਵਿੱਚ ਸਾਊਥ ਕੋਰੀਆ ਦਾ ਮਾਡਲ ਦਿੱਤਾ ਗਿਆ ਹੈ, ਰਾਈਟ। ਸਾਊਥ ਕੋਰੀਆ ਨੇ ਕਿਵੇਂ ਮਿਡਲ ਇਨਕਮ ਟਰੈਪ ਨੂੰ ਐਗਜ਼ਿਟ ਕੀਤਾ, ਬੇਸਿਕਲੀ ਇਹ ਕਹਿ ਰਹੇ ਨੇ। ਸੋ ਸਾਊਥ ਕੋਰੀਆ ਵਿੱਚ ਗਵਰਨਮੈਂਟ ਦਾ ਰੋਲ ਬਹੁਤ ਜ਼ਿਆਦਾ ਸੀ। ਗਵਰਨਮੈਂਟ ਐਕਟਡ ਐਜ਼ ਅ ਗ੍ਰੇਟ ਇੰਟਰਵੈਂਸ਼ਨਿਸਟ, ਵਿਚ ਇੰਟਰਫੇਅਰ ਕਰਦੀ ਸੀ ਬਟ ਫॉर ਗਰੋਥ ਐਂਡ ਪਰਫਾਰਮੈਂਸ ਪ੍ਰਮੋਸ਼ਨ। ਤਾਂ ਇਹ ਜਿਹੇ ਬਿਜ਼ਨਸਮੈਨ ਜਿਹੜੇ ਕਿ ਨਿਊ ਟੈਕਨੋਲੋਜੀਜ਼, ਨਿਊ ਇਨੋਵੇਸ਼ਨਸ ਲਿਆ ਰਹੇ ਸੀ, ਉਹਨਾਂ ਨੂੰ ਪੈਸੇ ਨਾਲ ਵੀ ਸਪੋਰਟ ਕੀਤੀ ਜਾਂਦੀ ਸੀ, ਪਾਲਿਸੀ ਨਾਲ ਵੀ ਸਪੋਰਟ ਕੀਤੀ ਜਾਂਦੀ ਸੀ। ਇਸੇ ਵਜ੍ਹਾ ਤੋਂ ਬਿਜ਼ਨਸਿਸ ਗਰੋ ਵੀ ਹੋਏ, ਬਹੁਤ ਵੱਡੇ ਵੱਡੇ ਸਾਊਥ ਕੋਰੀਆ 'ਚ ਤੁਸੀਂ ਦੇਖੋਗੇ ਐਮਪਾਇਰਸ ਬਣ ਗਏ ਨੇ। ਵੈਸੇ ਉਹਦੇ ਕਰਕੇ ਇਨਇਕੁਐਲਿਟੀ ਵੀ ਬਹੁਤ ਜ਼ਿਆਦਾ ਹੈ ਸਾਊਥ ਕੋਰੀਆ ਵਿੱਚ, ਬਟ that has created innovation, wealth, higher per capita incomes in Korea, right? So that is the model that can be used according to the article, but ਉਹੀ ਇਹਦੇ challenges ਵੀ ਨੇ। ਇਹਨਾਂ ਨੇ export ਕੀਤੀ ਆਪਦੀ technologies ਤੇ they have grown, but now protectionism ਜ਼ਿਆਦਾ ਵੱਧ ਰਿਹਾ ਹੈ। countries ਆਪਦੀਆਂ especially developed world is closing up their doors for foreign products. So India ਨੂੰ ਇਹਦੇ ਵੀ alternatives ਦੇਖਣੇ ਪੈਣਗੇ according to this article. Let's see what is the solution, right? But ਹਜੇ ਤਾਂ ਕੁਛ ਜ਼ਿਆਦਾ, this is what we definitely need, but let's see how India can escape this middle income trap. ਇਹ ਬਹੁਤ important ਹੈ, ਪਲੀਜ਼ ਧਿਆਨ ਨਾਲ ਪੜ੍ਹਨਾ, ਮੇਨਸ 'ਚ ਕੁਐਸਚਨ ਆ ਸਕਦਾ ਹੈ। ਨਾਓ ਇੰਡੀਆ ਵਿੱਚ ਨਈ ਸਟਾਰਟਅਪ ਸਪੇਸ ਦੇ ਸੈਕਟਰ ਵਿੱਚ, ਇਹਦਾ ਨਾਮ ਯਾਦ ਰੱਖੋ, XD Link Space Labs, ਰਾਈਟ। ਇਹ ਨੈਨੋ ਤੇ ਮਾਈਕਰੋ ਸੈਟੇਲਾਈਟਸ ਦੇ ਏਰੀਆ ਵਿੱਚ ਵਰਕ ਕਰ ਰਹੀ ਹੈ ਤੇ ਅਗਲੇ ਸਾਲ ਦੇ ਆਰ ਟਾਰਗੇਟਿੰਗ ਟੂ ਰੀਚ ਲਾਂਚ 5 more of their satellites. Let's see how it operates. But ਇਹ ਸਪੇਸ ਲੈਬ ਦਾ ਨਾਮ ਯਾਦ ਰੱਖੋ, ਕੁਐਸਚਨਸ ਵਗੈਰਾ ਆ ਜਾਂਦੇ, ਯੂਜ਼ ਵੀ ਕਰ ਸਕਦੇ ਹੋ ਆਪਦੇ ਆਨਸਰਸ ਵਿੱਚ, ਪ੍ਰਾਈਵੇਟਾਈਜੇਸ਼ਨ ਆਫ ਸਪੇਸ ਜਾਂ ਪ੍ਰਾਈਵੇਟ ਐਂਟਰੀ ਇਨ ਸਪੇਸ ਦੇ ਵਿੱਚ, ਰਾਈਟ। ਨਾਓ ਆਰਟੀਕਲ ਆਇਆ ਸੀ ਆਰਟੀਆਈ ਦੇ ਇਸ਼ੂਜ਼ 'ਚ। ਹੁਣ ਆਰਟੀਆਈ ਤੁਹਾਨੂੰ ਪਤਾ ਹੈ, ਰਾਈਟ ਟੂ ਇਨਫੋਰਮੇਸ਼ਨ ਐਕਟ। ਰਾਈਟ ਟੂ ਇਨਫੋਰਮੇਸ਼ਨ ਐਕਟ ਵਿੱਚ ਕਿਆ ਹੈ ਕਿ ਆਪਾਂ ਇੰਡੀਆ ਦੇ ਵਿੱਚ ਇਨਫੋਰਮੇਸ਼ਨ ਕਮਿਸ਼ਨਰਸ, ਚੀਫ ਇਨਫੋਰਮੇਸ਼ਨ ਕਮਿਸ਼ਨਰ ਬਣਾਉਣਾ ਹੈ। ਸੋ ਸੈਂਟਰ ਲੈਵਲ ਤੇ ਚੀਫ ਇਨਫੋਰਮੇਸ਼ਨ ਕਮਿਸ਼ਨ ਹੁੰਦੀ ਹੈ, ਸਟੇਟ ਲੈਵਲ ਤੇ ਸਟੇਟ ਇਨਫੋਰਮੇਸ਼ਨ ਕਮਿਸ਼ਨ ਹੁੰਦੀ ਹੈ। ਸੋ ਇੱਥੇ ਕਿਆ ਹੁੰਦਾ ਹੈ, ਇੱਕ ਸੈਂਟਰਲ ਹੈਡ ਹੁੰਦਾ ਹੈ, ਚੀਫ ਇਨਫੋਰਮੇਸ਼ਨ ਕਮਿਸ਼ਨਰ, ਪਲੱਸ ਅਦਰ 11 ਮੈਂਬਰਸ ਦੇ ਅਰਾਊਂਡ ਮੈਂਬਰਸ ਹੁੰਦੇ ਨੇ। ਸੇਮ ਵੇਰੀਜ਼ ਵਿਦ ਸਟੇਟ ਟੂ ਸਟੇਟ, ਸਟੇਟ ਦਾ ਇੱਕ ਹੈਡ ਪਲੱਸ ਅਦਰ ਇਨਫੋਰਮੇਸ਼ਨ ਕਮਿਸ਼ਨਰਸ,
right? ਹੁਣ they are responsible for giving us information on anything that the government that the people wants to seek. now ਇਸ ਹੀ ਪੂਰੇ ਸੈਟਅਪ ਵਿੱਚ ਕਾਫੀ ਇਸ਼ੂਜ਼ ਆ ਰਹੇ ਆ ਜਿਹਦੇ ਕਰਕੇ ਇਹ ਆਰਟੀਆਈ ਐਕਟ ਜਿਹੜੀ ਹੈ ਫੇਲ ਹੋ ਰਹੀ ਹੈ, ਰਾਈਟ? ਸੋ ਇਸ਼ੂਜ਼ ਕਿਆ ਹੈ? ਸਭ ਤੋਂ ਪਹਿਲਾਂ ਤਾਂ ਦੇਖੋ, ਅਕੋਰਡਿੰਗ ਟੂ ਅ ਡਾਟਾ ਦੈਟ ਵਾਸ ਗਿਵਨ ਬਾਈ ਸਤਰਕ ਨਾਗਰਿਕ ਸੰਗਠਨ, ਇੱਕ ਐਨਜੀਓ ਟਾਈਪ ਆਰਗੇਨਾਈਜੇਸ਼ਨ ਹੈ ਜਿਹੜੀ ਹਰ ਸਾਲ ਆਰਟੀਆਈ ਤੇ ਰਿਪੋਰਟ ਦਿੰਦੀ ਹੈ। ਇਟ ਸੇਜ਼ ਕਿ ਇੰਡੀਆ ਦੇ ਵਿੱਚ 7 ਆਊਟ ਆਫ 29 ਇਨਫੋਰਮੇਸ਼ਨ ਕਮਿਸ਼ਨਸ ਤਾਂ ਡਿਫੰਕਟ ਹੀ ਨੇ, 7 ਸਟੇਟਸ ਦੇ ਵਿੱਚ ਡਿਫੰਕਟ ਨੇ। ਝਾਰਖੰਡ 'ਚ 4 ਸਾਲ ਤੋਂ ਜ਼ਿਆਦਾ ਹੋ ਗਏ ਨੇ ਕਿ ਕੋਈ ਇਨਫੋਰਮੇਸ਼ਨ ਕਮਿਸ਼ਨ ਕੰਮ ਹੀ ਨਹੀਂ ਕਰ ਰਹੀ। ਤ੍ਰਿਪੁਰਾ ਵਿੱਚ 3 ਸਾਲ ਤੋਂ ਨਹੀਂ ਕੰਮ ਕਰ ਰਹੀ। ਤੇਲੰਗਾਨਾ ਵਿੱਚ 1.5 ਸਾਲ ਤੋਂ ਕੋਈ ਇਨਫੋਰਮੇਸ਼ਨ ਕਮਿਸ਼ਨਰਸ ਨਹੀਂ ਹੈਗੇ ਨੇ, ਰਾਈਟ? ਮਹਾਰਾਸ਼ਟਰ ਦੀ ਅਗਰ ਤੁਸੀਂ ਕੇਸ ਸਟੱਡੀ ਦੇਖੋ, ਇੰਨਾ ਬੈਕਲੌਗ ਹੈ ਕਿ 1 ਲੱਖ ਤੋਂ ਜ਼ਿਆਦਾ ਅਪੀਲਸ ਇੱਥੇ ਅੱਜ ਵੀ ਪੈਂਡਿੰਗ ਪਈਆਂ ਹੈ। ਇਹ ਕਰੰਟਲੀ ਹੈਡਲੈਸ ਹੈ, ਯਾਨੀ ਕਿ ਇਹਦਾ ਕੋਈ ਵੀ ਚੀਫ ਇਨਫੋਰਮੇਸ਼ਨ ਕਮਿਸ਼ਨਰ ਹਜੇ ਅਪਾਇੰਟਡ ਨਹੀਂ ਹੈ ਤੇ ਇਨਫੋਰਮੇਸ਼ਨ ਕਮਿਸ਼ਨਰਸ ਚੋਂ ਵੀ 6 ਚੋਂ 11 ਵੇਕੈਂਟ ਪਈਆਂ ਨੇ। ਪਹਿਲੀ ਗੱਲ ਤਾਂ ਹੈਡ ਤੋਂ ਬਿਨਾਂ ਹੀ ਕੋਈ ਕੰਮ ਨਹੀਂ ਹੁੰਦਾ, ਉਹਨਾਂ ਦੇ ਸਾਈਨ, ਉਹਨਾਂ ਦੀ ਅਪਰੂਵਲਸ ਚਾਹੀਦੀਆਂ ਹੈ, ਰਾਈਟ? ਦੈਨ ਅਗਰ ਤੁਸੀਂ ਸੈਂਟਰ ਲੈਵਲ ਤੇ ਗੱਲ ਕਰੋ, ਸੈਂਟਰ ਲੈਵਲ ਤੇ ਵੀ ਚੀਫ ਇਨਫੋਰਮੇਸ਼ਨ ਕਮਿਸ਼ਨਰ ਹੀ ਅਪਾਇੰਟਡ ਨਹੀਂ ਹੈ, ਹੈਡ ਇਜ਼ ਨਾਟ ਅਪਾਇੰਟਡ ਤੇ ਜਿਹੜੇ ਮੈਂਬਰਸ ਨੇ ਉਹ ਵੀ 11 ਪੋਸਟ ਜਿਹੜੀਆਂ ਖਾਲੀ ਪਈਆਂ ਨੇ। ਯੂ ਕੈਨ ਸੀ ਦ ਸਿਚੁਏਸ਼ਨ। ਇਹ ਗਵਰਨਮੈਂਟ ਤੁਹਾਨੂੰ ਲੱਗ ਰਿਹਾ ਉਹ ਕਿਉਂ ਨਹੀਂ ਅਪਾਇੰਟ ਕਰਦੀ? ਇਹ ਸਟ੍ਰੈਟਜੀ ਹੈ ਐਕਚੁਅਲੀ ਗਵਰਨਮੈਂਟ ਦੀ। ਅਗਰ ਇਨਫੋਰਮੇਸ਼ਨ ਕਮਿਸ਼ਨ ਹੀ ਵੀਕ ਹੋਏਗੀ ਤਾਂ ਉਹ ਕਿਵੇਂ ਆਰਟੀਆਈ ਦੀ ਇਨਕੁਆਇਰੀਜ਼ ਸੋਲਵ ਕਰਨਗੇ? ਤਾਂ ਤੁਸੀਂ ਆਰਟੀਆਈਆਂ ਪਾਉਂਦੇ ਰਹੋ ਬਟ ਉੱਤੇ ਕੋਈ ਕਮਿਸ਼ਨ ਹੀ ਨਹੀਂ ਹੈਗੀ ਸੋਲਵ ਕਰਨ ਲਈ। ਐਂਡ ਇਹਦਾ ਰੂਲ ਵੀ ਹੁੰਦਾ ਕਿ ਤੁਸੀਂ ਕੋਰਟ ਵਿੱਚ ਨਹੀਂ ਜਾ ਸਕਦੇ ਜਦ ਤੱਕ ਇਹ ਕਮਿਸ਼ਨ ਵਗੈਰਾ ਜਿਹੜਾ ਹੈ ਉਹ ਸੋਲਵ ਨਹੀਂ ਕਰ ਦਿੰਦੀ, ਰਾਈਟ? ਸੋ ਬੰਦਾ ਨਾ ਕੋਰਟ ਜਾ ਸਕਦਾ ਨਾ ਕਮਿਸ਼ਨ ਦੇ ਕੋਲ ਜਾ ਸਕਦਾ ਹੈ, ਰਾਈਟ? ਪੈਂਡੈਂਸੀ ਅਗਰ ਦੇਖੋ, ਇਟ ਇਜ਼ ਸੈਡ ਕਿ 14 ਐਜੀ ਕਮਿਸ਼ਨਸ ਹੈ ਜਿਨ੍ਹਾਂ ਨੂੰ 1 ਸਾਲ ਤੋਂ ਜ਼ਿਆਦਾ ਲੱਗੇਗਾ ਆਪਦੀ ਪੂਰੀ ਪੈਂਡੈਂਸੀ ਕਲੀਅਰ ਕਰਨ 'ਚ, ਤੇ ਬਿਹਾਰ 'ਚ ਤਾਂ ਹਜੇ 6-7 ਪਤਾ ਨਹੀਂ ਕਿੰਨੇ ਸਾਲ ਲੱਗਣਗੇ। 2029 ਤੱਕ ਅਗਰ ਉਹ ਬੈਠਣਗੇ ਕੰਟੀਨਿਊਸਲੀ ਤਦ ਹੀ ਉਹ ਆਪਦੀ ਪੈਂਡੈਂਸੀ ਕਲੀਅਰ ਕਰ ਪਾਣਗੇ। ਦੈਨ ਜਿੱਥੇ ਅਪਾਇੰਟਮੈਂਟਸ ਕੀਤੀਆਂ ਵੀ ਜਾ ਰਹੀਆਂ, ਦੇ ਆਰ ਪਾਰਟੀਜ਼ਨ ਮਤਲਬ ਪੋਲੀਟੀਕਲ ਜਾਂ ਰਿਟਾਇਰਡ ਗਵਰਨਮੈਂਟ ਸਰਵਿਸ ਨੂੰ ਯੂਜ਼ ਕੀਤਾ ਜਾ ਰਿਹਾ ਹੈ। ਤਾਂ ਜਿਹੜੇ ਜੈਨੂਇਨ ਕੇਸਿਸ ਹੈ ਉਹਨਾਂ ਨੂੰ ਵੀ ਉਹ ਅੱਛੇ ਤਰੀਕੇ ਨਾਲ ਨਹੀਂ ਸੁਣਦੇ ਨੇ। ਇਟ ਇਜ਼ ਸੈਡ ਦੈਟ 95% ਆਫ ਦੀ ਕੇਸਿਸ ਜਿੱਥੇ ਪੈਨਲਟੀਜ਼ ਇੰਪੋਜ਼ ਹੋਣੀਆਂ ਚਾਹੀਦੀਆਂ ਸੀ ਉੱਥੇ ਨਹੀਂ ਹੋ ਪਾਉਂਦੀਆਂ, ਰਾਈਟ? ਸੋ ਦੈਟ ਇਜ਼ ਅਨਦਰ ਇਸ਼ੂ। ਐਂਡ ਫਾਈਨਲੀ ਆਰਟੀਆਈ ਐਕਟਿਵਿਸਟ, ਦੇਖੋ ਕਾਮਨ ਲੋਕ ਤਾਂ ਘੱਟ ਹੀ ਆਰਟੀਆਈ ਫਾਈਲ ਕਰਦੇ ਆ, ਯੂਜੂਲੀ ਐਕਟਿਵਿਸਟ ਹੁੰਦੇ ਨੇ ਜਿਹੜੇ ਕਿ ਡਿਫਰੈਂਟ ਏਰੀਆਜ਼ ਦੀ ਇਨਫੋਰਮੇਸ਼ਨ ਲੈਣ ਲਈ ਆਰਟੀਆਈ ਫਾਈਲਸ ਕਰਦੇ ਆ। ਤੇ ਬਹੁਤ ਸਾਰੇ ਅਜਿਹੇ ਆਰਟੀਆਈ ਐਕਟਿਵਿਸਟ ਦੇ ਹੈਵ ਬੀਨ ਕਿਲਡ, ਅਸੌਲਟਡ ਔਰ ਥ੍ਰੈਟਨਡ ਅਕੋਰਡਿੰਗ ਟੂ ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਰਿਪੋਰਟ, ਰਾਈਟ? ਤੇ ਇਹਨਾਂ ਨੂੰ ਪ੍ਰੋਟੈਕਟ ਕਰਨ ਲਈ ਵਿਸਲ ਬਲੋਅਰ ਪ੍ਰੋਟੈਕਸ਼ਨ ਬਿੱਲ ਦੀ ਜ਼ਰੂਰਤ ਹੈ। ਉਹ ਵੀ ਇੰਡੀਆ ਦੇ ਵਿੱਚ ਹਜੇ ਸਟਰੋਂਗ ਨਹੀਂ ਹੈ। 2014 ਤੋਂ ਇਟ ਇਜ਼ ਲਿੰਗਰਿੰਗ ਔਨ, ਇਹਦੀ ਸਟਰੈਂਥਨਿੰਗ, ਇਹਦੀ ਸਪੋਰਟ ਕੋਈ ਵੀ ਨਹੀਂ ਦੇ ਰਿਹਾ ਹੈ, ਰਾਈਟ? ਸੋ ਬਿਕੋਜ਼ ਆਫ ਆਲ ਆਫ ਥੀਜ਼ ਇਸ਼ੂਜ਼ ਸਾਡਾ ਆਰਟੀਆਈ ਐਕਟ ਜਿਹੜੀ ਆ ਉਹ ਐਕਚੁਅਲੀ ਬਹੁਤ ਵੀਕ ਹੈ, ਰਾਈਟ? ਸੋ ਇਹਨੂੰ ਧਿਆਨ ਨਾਲ ਪੜ੍ਹੋ, ਬਹੁਤ ਇੰਪੋਰਟੈਂਟ ਹੈ ਗਵਰਨੈਂਸ ਦੇ ਏਰੀਆ ਲਈ। ਕੁਐਸਚਨਸ ਕੈਨ ਬੀ ਆਸਕਡ ਔਨ ਆਰਟੀਆਈ ਐਂਡ ਥੀਜ਼ ਆਰ ਵੈਰੀ ਗੁੱਡ ਪੁਆਇੰਟਸ, ਰਾਈਟ? ਇਹ ਸਾਰੀ ਆਬਜ਼ਰਵੇਸ਼ਨ ਸਤਰਕ ਨਾਗਰਿਕ ਸੰਗਠਨ ਦੀਆਂ ਹੈ, ਦੀ ਰਿਪੋਰਟ ਦੀਆਂ ਹੈ। ਐਂਡ ਲਾਸਟ ਆਬਜ਼ਰਵੇਸ਼ਨ ਇਜ਼ ਬਾय ਟ੍ਰਾਂਸਪੇਰੈਂਸੀ ਇੰਟਰਨੈਸ਼ਨਲ, ਰਾਈਟ? ਨਾਓ ਲਾਸਟ ਬਚਦਾ ਹੈ ਪ੍ਰੀਲਿਮਸ ਦੇ ਟੌਪਿਕਸ। ਸੋ ਹਾਬਰ ਬੋਸ਼ ਪ੍ਰੋਸੈਸ ਵਾਜ਼ ਇਨ ਨਿਊਜ਼, ਇਹ ਸਾਇੰਸ ਦੀ ਤੁਹਾਡੀ ਐਨਸੀਈਆਰਟੀ 'ਚ ਹੈਗਾ ਹੈ। ਮੈਂ ਤੁਹਾਡੇ ਨਾਲ ਸਪੈਸ਼ਲ ਵੀਡੀਓਜ਼ ਥਰੂ ਡਿਸਕਸ ਵੀ ਕੀਤਾ ਦੈਟ ਐਨਸੀਈਆਰਟੀਜ਼ ਆਰ ਇੰਪੋਰਟੈਂਟ। ਸੋ ਇਹਦੇ ਥਰੂ ਅਮੋਨੀਆ ਪ੍ਰੋਡਿਊਸ ਹੁੰਦਾ ਹੈ। ਤੁਹਾਨੂੰ ਕੁਐਸਚਨ ਆ ਸਕਦਾ ਹੈ, ਦਿਸ ਪ੍ਰੋਸੈਸ ਇਜ਼ ਬੀਇੰਗ ਯੂਜ਼ਡ ਫॉर व्हाट? production of what? This is used for ammonia production. So ये याद रखनी है, almost 96% of world's ammonia is produced through this process. ठीक है जी। ਉਸ ਤੋਂ ਬਾਅਦ ਇੱਕ ਸਪੀਸ਼ੀ ਹੋਰਸ ਕ੍ਰੈਬ ਜਿਹੜਾ ਹੈ ਨਿਊਜ਼ ਦੇ ਵਿੱਚ ਹੈ। ਓਡੀਸ਼ਾ ਤੇ ਜ਼ੂਲੋਜੀਕਲ ਸਰਵੇ ਆਫ ਇੰਡੀਆ ਜਿਹੜੇ ਆ ਮਿਲ ਕੇ ਇਹਦੀ ਕੰਜ਼ਰਵੇਸ਼ਨ ਲਈ ਹੁਣ ਕੰਮ ਕਰ ਰਹੇ ਨੇ। ਸੋ ਇਹਦੇ ਬਾਰੇ ਥੋੜੀ ਜਿਹੀ ਡਿਟੇਲਸ ਪੜ੍ਹ ਲਓ। ਇਹ क्या है? मरीन ब्रैकिश वाटर आर्थ्रोपोड है, ठीक है। इट इज वन ऑफ द ओल्डेस्ट लिविंग क्रिएचर ऑन अर्थ है। लिविंग फॉसिल भी इसलिए ਇਹਨੂੰ ਕਿਹਾ ਜਾਂਦਾ ਹੈ, ਠੀਕ ਹੈ, ਕਿਉਂਕਿ ਜ਼ਿੰਦਾ ਪ੍ਰੂਫ ਹੈ ਇੰਨੇ ਪੁਰਾਣੇ ਸਾਲਾਂ ਦੀ ਸਾਡੀ ਅਰਥ ਦੀ ਹੈਰੀਟੇਜ ਦਾ, ਠੀਕ ਹੈ। ਸੋ ਇਸੇ ਲਈ ਹੁਣ ਇਹਦੀ ਪ੍ਰੋਟੈਕਸ਼ਨ ਲਈ ਇਹਨੂੰ ਸ਼ਡਿਊਲ 2 ਦਾ ਸਟੇਟਸ ਦਿੱਤਾ ਗਿਆ ਹੈ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਵਿੱਚ। ਇਹ ਐਕਟ ਪੂਰੀ ਪੜ੍ਹੋ, ਬਹੁਤ ਇੰਪੋਰਟੈਂਟ ਹੈ ਤੁਹਾਡੇ ਪੇਪਰ ਲਈ। ਸ਼ਡਿਊਲ 1 2 3 4 ਕਿਆ ਹੁੰਦੇ ਨੇ ਸਾਰੇ ਪਤਾ ਹੋਣੇ ਚਾਹੀਦੇ ਹੈ। ਹਾਈਐਸਟ ਪ੍ਰੋਟੈਕਸ਼ਨ ਇਜ਼ ਇਨ ਸ਼ਡਿਊਲ 1 ਐਂਡ ਦੈਨ ਪ੍ਰੋਟੈਕਸ਼ਨ ਲੈਵਲਸ ਜਿਹੜੇ ਆ ਥੋੜੇ ਡਿਕਰੀਜ਼ ਹੁੰਦੇ ਜਾਂਦੇ ਨੇ, ਰਾਈਟ। ਅਗਰ ਇਹਦਾ ਇੰਟਰਨੈਸ਼ਨਲ ਸਟੇਟਸ ਦੇਖੀਏ ਤਾਂ ਅਮਰੀਕਨ ਹੋਰਸ ਸ਼ੂ ਕ੍ਰੈਬ ਦਾ ਵਲਨਰੇਬਲ ਹੈ, ਟ੍ਰਾਈਸਪਾਈਨ ਹੋਰਸ ਸ਼ੂ ਕ੍ਰੈਬ ਇੰਡੇਂਜਰਡ ਹੈ। ਅਦਰ 2 ਸਪੀਸੀਜ਼ ਜਿਹੜੀਆਂ ਇਹਦੀਆਂ ਹੈ ਉਹ ਨਾਟ ਲਿਸਟਡ ਹੈ। 4 ਟੋਟਲ ਇਹਦੀਆਂ ਸਪੀਸੀਜ਼ ਅੱਜ ਤੱਕ ਦੇਖੀਆਂ ਗਈਆਂ ਹੈ। ਇੰਡੀਆ ਦੇ ਵਿੱਚ ਇਹ 2 ਸਪੀਸੀਜ਼
ਐਂਡ ਬਾਕੀ ਦੋ ਸਪੀਸ਼ੀਜ਼ ਆਲਰੇਡੀ IUCN ਦੁਆਰਾ ਰਿਕਗਨਾਈਜ਼ਡ ਨੇ। ਇਹਨਾਂ ਦੋਨਾਂ ਤੇ ਹਜੇ ਕੰਮ ਹੋਣਾ ਹੈ, ਰਾਈਟ। ਸੋ ਇਹਨਾਂ ਦੇ ਕਾਫੀ ਮੈਡੀਸਿਨਲ ਯੂਜ਼ਸ ਵਗੈਰਾ ਹੈ, ਇਹਨਾਂ ਦੇ ਜਿਹੜਾ ਆਪਾਂ ਸ਼ੈਲ ਵਗੈਰਾ ਉਹਨੂੰ ਯੂਜ਼ ਕਰ ਸਕਦੇ ਹਾਂ ਐਟਸੈਟਰਾ। ਯੂ ਕੈਨ ਰੀਡ ਅਬਾਊਟ ਦਿਸ। 20 ਜੂਨ ਨੂੰ ਇੰਟਰਨੈਸ਼ਨਲ ਹੋਰਸ ਕ੍ਰੈਬ ਡੇ ਵੀ ਸੈਲੀਬ੍ਰੇਟ ਕੀਤਾ ਜਾਂਦਾ ਹੈ ਟੂ ਸ਼ੋਕੇਸ ਦੀ ਕੰਜ਼ਰਵੇਸ਼ਨ ਐਫਰਟਸ ਦੈਟ ਵੀ ਆਰ ਪੁਟਿੰਗ ਫॉर देयर ਕੰਜ਼ਰਵੇਸ਼ਨ। ਠੀਕ ਹੈ, ਸੋ ਇਹ ਪ੍ਰੀਲਿਮਸ ਲਈ ਥੋੜਾ ਥੋੜਾ ਪੜ੍ਹ ਲਓ ਇਹ ਬੇਸਿਕ ਡਿਟੇल्स। ਬਾਕੀ that is all for today's discussion. For any queries, any doubts that you have regarding your preparation, you want to join a batch, just contact us with this number. PDF ਲਈ ਸਾਡੇ description ਚ ਦਿੱਤੇ ਗਏ telegram group ਨੂੰ join ਕਰੋ, you will get this PDF also. All the very best to you. Thank you so much for joining.